ਵਿਦਿਆਰਥੀਓ, ਇਹ ਵੀਡੀਓ 8ਵੀਂ ਜਮਾਤ ਦੀ ਪੰਜਾਬੀ ਦੀ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਲਈ ਬਣਾਈ ਗਈ ਹੈ। ਇਸ ਵਿੱਚ ਅਸੀਂ ਪਾਠ ਪੁਸਤਕ ਦਾ 20ਵਾਂ ਪਾਠ ਈਦਗਾਹ ਕਰਾਂਗੇ, ਜੋ ਕਿ ਇੱਕ ਕਹਾਣੀ ਹੈ। ਇਹ ਕਹਾਣੀ ਮੁਨਸ਼ੀ ਪ੍ਰੇਮ ਚੰਦ ਦੀ ਲਿਖੀ ਹੋਈ ਹਿੰਦੀ ਕਹਾਣੀ ਦਾ ਅਨੁਵਾਦ ਕੀਤਾ ਹੋਇਆ ਰੂਪ ਹੈ। ਕਹਾਣੀ ਦਾ ਨਾਮ ਹੈ ਈਦਗਾਹ। ਈਦਗਾਹ ਉਹ ਜਗ੍ਹਾ ਹੁੰਦੀ ਹੈ ਜਿੱਥੇ ਮੁਸਲਮਾਨ ਈਦ ਵਾਲੇ ਦਿਨ ਜਾ ਕੇ ਨਮਾਜ਼ ਪੜ੍ਹਦੇ ਹਨ, ਇਕੱਠੇ ਹੁੰਦੇ ਹਨ। ਇਹ ਕਹਾਣੀ ਇੱਕ ਬੁੱਢੀ ਦਾਦੀ ਅਮੀਨਾ ਤੇ ਉਸਦੇ ਪੋਤੇ ਹਾਮਿਦ ਦੀ ਹੈ। ਹਾਮਿਦ ਇੱਕ ਛੋਟਾ ਬੱਚਾ ਹੈ ਜਿਸ ਦੇ ਮਾਂ-ਬਾਪ ਦੋਨੋਂ ਇਸ ਦੁਨੀਆ ਵਿੱਚ ਨਹੀਂ ਹਨ। ਉਹ ਆਪਣੀ ਬੁੱਢੀ ਗਰੀਬ ਦਾਦੀ ਦੇ ਨਾਲ ਰਹਿੰਦਾ ਹੈ। ਇਹ ਬਹੁਤ ਹੀ ਹਿਰਦੇ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਸ ਵਿੱਚ ਇੱਕ ਬੱਚੇ ਦਾ ਤਿਆਗ ਆਪਣੀ ਦਾਦੀ ਦੇ ਪ੍ਰਤੀ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੀਆਂ ਖੁਸ਼ੀਆਂ ਨੂੰ ਤਿਆਗ ਕੇ ਆਪਣੀ ਦਾਦੀ ਬਾਰੇ ਪਹਿਲਾਂ ਸੋਚਦਾ ਹੈ। ਆਓ ਸ਼ੁਰੂ ਕਰਦੇ ਹਾਂ ਕਹਾਣੀ। ਰਮਜ਼ਾਨ ਦੇ ਪੂਰੇ 30 ਰੋਜ਼ਿਆਂ ਤੋਂ ਮਗਰੋਂ ਈਦ ਆਈ ਹੈ। ਕਿੰਨੀ ਮਨੋਹਰ, ਕਿੰਨੀ ਸੋਹਣੀ ਸਵੇਰ ਹੈ। ਰੁੱਖਾਂ ਉੱਤੇ ਕੋਈ ਅਜੀਬ ਹਰਿਆਲੀ ਹੈ। ਖੇਤਾਂ 'ਚ ਰੌਣਕ ਹੈ। ਅੱਜ ਦਾ ਸੂਰਜ ਵੇਖੋ ਕਿੰਨਾ ਪਿਆਰਾ, ਕਿੰਨਾ ਸੀਤਲ ਹੈ, ਜਿਵੇਂ ਸੰਸਾਰ ਨੂੰ ਈਦ ਦੀ ਵਧਾਈ ਦੇ ਰਿਹਾ ਹੋਵੇ। ਪਿੰਡ ਵਿੱਚ ਕਿੰਨੀ ਹਲਚਲ ਹੈ। ਈਦਗਾਹ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕਿਸੇ ਦੇ ਕੁੜਤੇ ਨੂੰ ਬਟਨ ਨਹੀਂ ਲੱਗੇ, ਉਹ ਗੁਆਂਢੀ ਤੋਂ ਸੂਈ ਧਾਗਾ ਲੈਣ ਨੱਠਿਆ ਜਾ ਰਿਹਾ ਹੈ। ਕਿਸੇ ਦੀਆਂ ਜੁੱਤੀਆਂ ਆਕੜ ਗਈਆਂ ਹਨ, ਉਹ ਉਸਨੂੰ ਤੇਲ ਤੇ ਪਾਣੀ ਲਾ ਕੇ ਨਰਮ ਕਰ ਰਿਹਾ ਹੈ। ਕੋਈ ਛੇਤੀ ਬਲਦਾਂ ਨੂੰ ਸੰਨੀ ਪਾ ਰਿਹਾ ਹੈ, ਕਿਉਂਕਿ ਈਦਗਾਹ ਤੋਂ ਮੁੜਦੇ ਮੁੜਦੇ ਤਾਂ ਦੁਪਹਿਰ ਹੋ ਜਾਏਗੀ। ਇਸ ਪਹਿਰੇ ਦੇ ਵਿੱਚ ਕਹਾਣੀਕਾਰ ਨੇ ਇੱਕ ਦ੍ਰਿਸ਼ ਸਾਡੀਆਂ ਅੱਖਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ ਕਿ ਈਦ ਦਾ ਦਿਨ ਹੈ। ਸਾਰੇ ਈਦਗਾਹ ਜਾਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਵਿਦਿਆਰਥੀਓ, ਤੁਸੀਂ ਇਹਨਾਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਇੱਕ ਵੱਡਾ ਭਰਾ ਆਪਣੀ ਛੋਟੀ ਭੈਣ ਨੂੰ ਸਜਾ ਰਿਹਾ ਹੈ ਤੇ ਦੂਸਰੀ ਤਸਵੀਰ ਦੇ ਵਿੱਚ ਇੱਕ ਵਿਅਕਤੀ ਆਪਣੇ ਪਸ਼ੂਆਂ ਨੂੰ ਪੱਠੇ ਪਾ ਰਿਹਾ ਹੈ ਜਾਂ ਸੰਨੀ ਪਾ ਰਿਹਾ ਹੈ ਤਾਂ ਕਿ ਸਵੇਰੇ ਛੇਤੀ ਕੰਮ ਖਤਮ ਕਰਕੇ ਉਹ ਈਦਗਾਹ ਚਲੇ ਜਾਣ। ਮੁੰਡੇ ਖੁੰਡੇ ਸਭ ਤੋਂ ਵੱਧ ਖੁਸ਼ ਹਨ। ਕਿਸੇ ਨੇ ਇੱਕ ਰੋਜ਼ਾ ਰੱਖਿਆ ਹੈ, ਉਹ ਵੀ ਦੁਪਹਿਰ ਤੱਕ, ਤੇ ਕਿਸੇ ਨੇ ਉਹ ਵੀ ਨਹੀਂ। ਰੋਜ਼ੇ ਹੋਣਗੇ ਬਜ਼ੁਰਗਾਂ ਲਈ, ਉਹਨਾਂ ਲਈ ਤਾਂ ਈਦ ਹੈ। ਸੇਵੀਆਂ ਲਈ ਘਰ ਵਿੱਚ ਦੁੱਧ, ਮਿੱਠਾ ਤੇ ਮੇਵੇ ਹਨ ਕਿ ਨਹੀਂ, ਇਹਨਾਂ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਉਹਨਾਂ ਦੀਆਂ ਜੇਬਾਂ ਵਿੱਚ ਤਾਂ ਕੁਬੇਰ ਦਾ ਧਨ ਹੈ। ਬਾਰ-ਬਾਰ ਜੇਬਾਂ ਵਿੱਚੋਂ ਖਜ਼ਾਨਾ ਕੱਢ ਕੇ ਗਿਣਦੇ ਹਨ, ਦੋਸਤਾਂ ਨੂੰ ਦਿਖਾਉਂਦੇ ਹਨ ਤੇ ਖੁਸ਼ ਹੋ ਕੇ ਵਾਪਸ ਰੱਖ ਲੈਂਦੇ ਹਨ। ਇਹ ਦੇਖੋ, ਇਸ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ, ਇਹ ਮੁੰਡੇ ਕਿੰਨੇ ਖੁਸ਼ ਨੇ ਈਦ ਦੇ ਦਿਨ ਤੇ ਆਪਣੇ ਇੱਕ ਦੂਜੇ ਨੂੰ ਪੈਸੇ ਦਿਖਾ ਰਹੇ ਨੇ। ਇਹਨਾਂ 2-4 ਪੈਸਿਆਂ ਨਾਲ ਹੀ ਉਹ ਦੁਨੀਆ ਭਰ ਦੀਆਂ ਚੀਜ਼ਾਂ ਖਰੀਦਣਗੇ। ਖਿਡੌਣੇ, ਮਠਿਆਈਆਂ, ਵਾਜੇ, ਗੇਂਦ ਤੇ ਪਤਾ ਨਹੀਂ ਕੀ। ਸਭ ਤੋਂ ਵੱਧ ਖੁਸ਼ ਹੈ ਹਾਮਿਦ। ਉਹ ਗਰੀਬ ਜਿਹੀ ਸ਼ਕਲ ਵਾਲਾ ਮਾੜਚੂ ਜਿਹਾ ਮੁੰਡਾ ਹੈ। ਉਸਦਾ ਬਾਪ ਪਿਛਲੇ ਸਾਲ ਚੱਲ ਵਸਿਆ ਤੇ ਮਾਂ ਪਤਾ ਨਹੀਂ ਕਿਉਂ ਪੀਲੀ ਪੈਂਦੀ ਮਰ ਗਈ। ਹੁਣ ਹਾਮਿਦ ਬੁੱਢੀ ਦਾਦੀ ਅਮੀਨਾ ਦੀ ਗੋਦ ਵਿੱਚ ਸੌਂਦਾ ਹੈ। ਉਹਨੂੰ ਇੰਨਾ ਹੀ ਪਤਾ ਹੈ ਕਿ ਉਸਦੇ ਪਿਤਾ ਪੈਸੇ ਕਮਾਉਣ ਗਏ ਹਨ, ਬਹੁਤ ਸਾਰੇ ਰੁਪਏ ਲੈ ਕੇ ਆਉਣਗੇ। ਅੰਮੀ ਅੱਲਾ ਮੀਆਂ ਦੇ ਘਰ ਉਸ ਲਈ ਬਹੁਤ ਸਾਰੀਆਂ ਚੀਜ਼ਾਂ ਲੈਣ ਗਈ ਹੈ। ਹਾਮਿਦ ਖੁਸ਼ ਹੈ। ਉਸਦੇ ਬੂਟ ਫਟ ਗਏ ਹਨ, ਸਿਰ ਤੇ ਪੁਰਾਣੀ ਟੋਪੀ ਹੈ। ਉਸਦੇ ਮਾਤਾ ਤੇ ਪਿਤਾ ਦੀਆਂ ਲਿਆਂਦੀਆਂ ਚੀਜ਼ਾਂ ਦੇ ਨਾਲ ਉਹ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਕਰੇਗਾ। ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਇਹ ਇੱਕ ਹਾਮਿਦ ਛੋਟਾ ਬੱਚਾ ਹੈ। ਉਸਨੂੰ ਹਲੇ ਇੰਨੀ ਸਮਝ ਨਹੀਂ ਕਿ ਇਨਸਾਨ ਮੌਤ ਤੋਂ ਬਾਅਦ ਕਦੇ ਨਹੀਂ ਵਾਪਸ ਆਉਂਦਾ। ਉਸਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਉਸਦੇ ਪਿਤਾ ਪੈਸੇ ਕਮਾਉਣ ਗਏ ਨੇ ਤੇ ਉਸਨੂੰ ਲੱਗਦਾ ਹੈ ਕਿ ਉਸ ਲਈ ਢੇਰ ਸਾਰੀਆਂ ਚੀਜ਼ਾਂ ਲੈ ਕੇ ਆਉਣਗੇ ਤੇ ਉਹ ਆਪਣੀਆਂ ਖੁਸ਼ੀਆਂ ਪੂਰੀਆਂ ਕਰੇਗਾ। ਵਿਚਾਰੀ ਅਮੀਨਾ ਆਪਣੀ ਕੋਠੜੀ ਵਿੱਚ ਬੈਠੀ ਰੋ ਰਹੀ ਹੈ। ਤੁਸੀਂ ਦੇਖ ਸਕਦੇ ਹੋ
ਅੱਜ ਈਦ ਹੈ ਪਰ ਉਸਦੇ ਘਰ ਅੰਨ ਦਾ ਇੱਕ ਦਾਣਾ ਵੀ ਨਹੀਂ। ਵਿਦਿਆਰਥੀਓ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਅਮੀਨਾ ਇੱਕ ਬਜ਼ੁਰਗ ਔਰਤ ਹੈ, ਗਰੀਬ ਹੈ, ਉਸਦੀ ਆਮਦਨੀ ਦਾ ਕੋਈ ਚੰਗੀ ਤਰ੍ਹਾਂ ਸਾਧਨ ਨਹੀਂ ਹੈ, ਤਾਂ ਉਹ ਇਸ ਲਈ ਈਦ ਦੇ ਦਿਨ ਬੈਠੀ ਰੋ ਰਹੀ ਹੈ ਕਿਉਂਕਿ ਉਸਦੇ ਘਰ ਅਨਾਜ ਦਾ ਇੱਕ ਦਾਣਾ ਵੀ ਨਹੀਂ ਹੈ। ਕਿਸੇ ਨੇ ਬੁਲਾਇਆ ਸੀ ਇਸ ਈਦ ਨੂੰ। ਉਹ ਆਪਣੇ ਅੰਦਰੋਂ ਹੀ ਉਸਦੀ ਆਵਾਜ਼ ਆਉਂਦੀ ਹੈ, ਗੁੱਸੇ ਵਿੱਚ ਬੋਲਦੀ ਹੈ ਕਿ ਈਦ ਨੂੰ ਕਿਸਨੇ ਬੁਲਾਇਆ ਸੀ, ਇਸ ਘਰ ਵਿੱਚ ਉਸਦਾ ਕੋਈ ਕੰਮ ਨਹੀਂ। ਪਰ ਹਾਮਿਦ, ਉਸਨੂੰ ਕਿਸੇ ਦੇ ਨਾਲ ਕੀ ਮਤਲਬ? ਉਸਦੇ ਅੰਦਰ ਤਾਂ ਰੌਸ਼ਨੀ ਹੈ ਤੇ ਬਾਹਰ ਉਮੀਦ ਤੇ ਉਮੰਗ। ਹਾਮਿਦ ਅੰਦਰ ਜਾ ਕੇ ਦਾਦੀ ਨੂੰ ਆਖਦਾ ਹੈ, ਦੇਖੋ, ਹਾਮਿਦ ਆਪਣੀ ਦਾਦੀ ਨੂੰ ਕਹਿ ਰਿਹਾ ਹੈ, ਤੂੰ ਡਰੀ ਨਾ ਅੰਮਾ, ਮੈਂ ਪਿੰਡ ਵਾਲਿਆਂ ਨਾਲ ਹੀ ਰਵਾਂਗਾ, ਮੈਂ ਸਭ ਤੋਂ ਪਹਿਲਾਂ ਮੁੜਾਂਗਾ, ਤੂੰ ਘਬਰਾਈ ਨਾ। ਪਰ ਅਮੀਨਾ ਦੇ ਖੋਹ ਪੈ ਰਹੀ ਹੈ, ਮਤਲਬ ਉਸਦੇ ਦਿਲ ਵਿੱਚ ਕੁਝ ਹੋ ਰਿਹਾ ਹੈ, ਘਬਰਾਹਟ ਹੋ ਰਹੀ ਹੈ। ਪਿੰਡ ਦੇ ਸਾਰੇ ਬੱਚੇ ਆਪਣੇ ਆਪਣੇ ਬਾਪਾਂ ਨਾਲ ਜਾ ਰਹੇ ਹਨ। ਕੀ ਹਾਮਿਦ ਇਕੱਲਾ ਜਾਵੇਗਾ? ਇਸ ਭੀੜ ਭੜੱਕੇ ਵਿੱਚ ਜੇ ਕਿਧਰੇ ਗੁੰਮ ਜਾਵੇ ਤਾਂ ਕੀ ਹੋਵੇਗਾ? ਨਹੀਂ, ਮੈਂ ਇਸ ਨੂੰ ਇਕੱਲਾ ਨਹੀਂ ਜਾਣ ਦੇਵਾਂਗੀ। ਛੋਟਾ ਜਿਹਾ ਤਾਂ ਹੈ, ਜੇ ਪੈਰਾਂ ਵਿੱਚ ਛਾਲੇ ਪੈ ਗਏ। ਇਹ ਸਾਰੇ ਵਿਚਾਰ ਅਮੀਨਾ ਨੂੰ ਅੰਦਰੋਂ ਦੁਖੀ ਕਰ ਰਹੇ ਹਨ, ਪਰੇਸ਼ਾਨ ਕਰ ਰਹੇ ਹਨ। ਪਰ ਜੇ ਉਹ ਆਪ ਚਲੀ ਗਈ ਤਾਂ ਸੇਵੀਆਂ ਕੌਣ ਬਣਾਵੇਗਾ? ਉਸਨੂੰ ਇਸ ਗੱਲ ਦੀ ਚਿੰਤਾ ਵੀ ਹੈ। ਭੁੱਖਾ ਪਿਆਸਾ ਦੁਪਹਿਰ ਨੂੰ ਮੁੜੇਗਾ, ਕੀ ਉਹ ਉਸ ਲਈ ਉਦੋਂ ਸੇਵੀਆਂ ਬਣਾਉਣ ਬੈਠੇਗੀ? ਰੋਣਾ ਤਾਂ ਇਹ ਹੈ ਕਿ ਉਸ ਕੋਲ ਪੈਸੇ ਵੀ ਨਹੀਂ ਹਨ। ਉਸਨੇ ਕੁਝ ਕੱਪੜੇ ਸੀਤੇ ਸਨ, ਲੈ ਦੇ ਕੇ ਇੱਕ ਅਠਿਆਨੀ ਬਚੀ ਸੀ, ਪਰ ਉਹ ਬਚਾਈ ਹੋਈ ਅਠਿਆਨੀ ਵੀ ਦੁੱਧ ਵਾਲੀ ਨੂੰ ਦੇਣੀ ਪੈ ਗਈ। ਹੁਣ ਉਹ ਕੀ ਕਰੇ? ਹਾਮਿਦ ਲਈ ਜੇ ਹੋਰ ਕੁਝ ਨਹੀਂ ਤਾਂ 2 ਪੈਸਿਆਂ ਦਾ ਦੁੱਧ ਤਾਂ ਚਾਹੀਦਾ ਹੀ ਹੈ ਨਾ। ਪਰ ਉਸ ਕੋਲ 2 ਆਨੇ ਹੀ ਬਚੇ ਹਨ। 3 ਪੈਸੇ ਹਾਮਿਦ ਦੇ ਖੀਸੇ ਵਿੱਚ ਤੇ 5 ਪੈਸੇ ਉਸਦੇ ਆਪਣੇ ਬਟੂਏ ਵਿੱਚ। ਇਹੀ ਤਾਂ ਉਸਦੀ ਕੁੱਲ ਪੂੰਜੀ ਹੈ ਤੇ ਈਦ ਦਾ ਤਿਉਹਾਰ ਅੱਲਾ ਹੀ ਬੇੜਾ ਪਾਰ ਕਰੇਗਾ। ਵਿਦਿਆਰਥੀਓ, ਮੁਨਸ਼ੀ ਪ੍ਰੇਮ ਚੰਦ ਜੀ ਨੇ ਇਹ ਕਹਾਣੀ ਉਸ ਸਮੇਂ ਦੀ ਲਿਖੀ ਹੈ, ਉਸ ਸਮੇਂ ਬਾਰੇ ਲਿਖੀ ਹੈ ਜਦੋਂ 1 ਰੁਪਏ ਦਾ ਬਹੁਤ ਹੀ ਮੁੱਲ ਹੁੰਦਾ ਸੀ ਤੇ ਥੋੜੇ ਥੋੜੇ ਪੈਸਿਆਂ ਵਿੱਚ ਵੱਧ ਚੀਜ਼ਾਂ ਆ ਜਾਂਦੀਆਂ ਸੀ। ਜਿਸ ਤਰ੍ਹਾਂ ਇੱਕ ਅਠਿਆਨੀ ਅਰਥਾਤ 50 ਪੈਸੇ ਦੁੱਧ 50 ਪੈਸੇ ਦਾ ਦੁੱਧ ਆ ਜਾਂਦਾ ਸੀ। ਤੇ ਹੁਣ ਦੇ ਸਮੇਂ ਨੂੰ ਤੁਸੀਂ ਉਦੋਂ ਦੇ ਸਮੇਂ ਦੇ ਨਾਲ ਤੁਲਨਾ ਕਰਕੇ ਵੇਖ ਸਕਦੇ ਹੋ। ਇਹੀ ਤਾਂ ਉਸਦੀ ਕੁੱਲ ਪੂੰਜੀ ਹੈ ਤੇ ਈਦ ਦਾ ਤਿਉਹਾਰ ਅੱਲਾ ਹੀ ਬੇੜਾ ਪਾਰ ਕਰੇਗਾ। ਉਹ ਸੋਚ ਕੇ ਪਰੇਸ਼ਾਨ ਹੈ। ਪਿੰਡ ਤੋਂ ਮੇਲੇ ਲਈ ਲੋਕ ਤੁਰੇ ਤਾਂ ਹਾਮਿਦ ਵੀ ਉਹਨਾਂ ਦੇ ਨਾਲ ਜਾ ਰਿਹਾ ਸੀ। ਕਦੀ ਸਾਰੇ ਜਾਣੇ ਭੱਜ ਕੇ ਅੱਗੇ ਨਿਕਲ ਜਾਂਦੇ, ਫੇਰ ਕਿਸੇ ਰੁੱਖ ਹੇਠਾਂ ਖੜੇ ਹੋ ਕੇ ਨਾਲ ਵਾਲਿਆਂ ਦਾ ਇੰਤਜ਼ਾਰ ਕਰਨ ਲੱਗ ਜਾਂਦੇ। ਦੇਖੋ, ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ, ਸਾਰੇ ਇਹ ਇਕੱਠੇ ਹੋ ਕੇ ਈਦਗਾਹ ਮੇਲੇ ਤੇ ਜਾ ਰਹੇ ਨੇ। ਸ਼ਹਿਰ ਦਾ ਇਲਾਕਾ ਸ਼ੁਰੂ ਹੋ ਗਿਆ। ਸ਼ਹਿਰ ਦੇ ਦੋਵੇਂ ਪਾਸੇ ਅਮੀਰਾਂ ਦੇ ਬਗੀਚੇ ਹਨ, ਵੱਡੀਆਂ ਵੱਡੀਆਂ ਇਮਾਰਤਾਂ ਆਉਣ ਲੱਗੀਆਂ। ਇਹ ਅਦਾਲਤ, ਕਾਲਜ, ਇਹ ਕਲੱਬ ਘਰ ਹੈ। ਅੱਗੇ ਗਏ ਤਾਂ ਮਠਿਆਈਆਂ ਦੀਆਂ ਦੁਕਾਨਾਂ ਸ਼ੁਰੂ ਹੋਈਆਂ, ਅੱਜ ਖੂਬ ਸਜੀਆਂ ਹੋਈਆਂ ਸਨ। ਕਹਾਣੀਕਾਰ ਦ੍ਰਿਸ਼ ਪੇਸ਼ ਕਰ ਰਿਹਾ ਹੈ ਕਿ ਸ਼ਹਿਰ ਸ਼ੁਰੂ ਹੋ ਗਿਆ ਹੈ, ਉਸਦੇ ਵਿੱਚ ਇਮਾਰਤਾਂ ਵੱਡੀਆਂ ਵੱਡੀਆਂ ਦਿਖਣੀਆਂ ਸ਼ੁਰੂ ਹੋ ਰਹੀਆਂ ਨੇ। ਕੋਈ ਕਾਲਜ ਹੈ, ਕੋਈ ਕਲੱਬ ਘਰ ਹੈ, ਕੋਈ ਅਦਾਲਤ ਹੈ। ਮਠਿਆਈਆਂ ਦੀਆਂ ਦੁਕਾਨਾਂ ਆ ਗਈਆਂ ਹਨ ਜੋ ਕਿ ਈਦ ਦੇ ਦਿਨ ਖੂਬ ਸਜੀਆਂ ਹੋਈਆਂ ਹਨ। ਤੇ ਤੁਸੀਂ ਤਸਵੀਰਾਂ ਵਿੱਚ ਦੇਖ ਵੀ ਸਕਦੇ ਹੋ ਕਿ ਬਗੀਚੇ ਦੇ ਵਿੱਚੋਂ ਦੀ ਲੰਘੇ ਜਾ ਰਹੇ ਨੇ ਲੋਕ ਈਦ ਵਾਸਤੇ। ਇਹ ਪੁਲਿਸ ਲਾਈਨ ਹੈ। ਇਸ ਤਸਵੀਰ ਵਿੱਚ ਤੁਸੀਂ ਪੁਲਿਸ ਨੂੰ ਦੇਖ ਸਕਦੇ ਹੋ, ਪੁਲਿਸ ਲਾਈਨ ਜੋ ਕਿ ਪੁਲਿਸ ਪਹਿਰਾ ਦੇ ਰਹੀ ਹੈ ਕਿ ਤਾਂ ਕਿ ਮੇਲੇ ਵਾਲੇ ਦਿਨ ਕੋਈ ਸ਼ਰਾਰਤੀ ਅਨਸਰ ਕੋਈ ਗਲਤ ਹਰਕਤ ਨਾ ਕਰ ਜਾਵੇ। ਇੱਥੇ ਪੁਲਿਸ ਵਾਲੇ ਕਵਾਇਦ ਕਰਦੇ ਹਨ, ਲੈਫਟ ਰਾਈਟ, ਫਾਰਮ ਫੂ ਹੱਪ। ਰਾਤ ਨੂੰ ਵਿਚਾਰੇ ਫਿਰ ਕੇ ਪਹਿਰਾ ਦਿੰਦੇ ਨੇ, ਨਹੀਂ ਤਾਂ ਚੋਰੀਆਂ ਹੋ ਜਾਣ। ਹੁਣ ਵਸੋਂ ਸੰਘਣੀ ਹੋਣੀ ਸ਼ੁਰੂ ਹੋ ਗਈ ਸੀ। ਈਦਗਾਹਾਂ ਨੂੰ ਜਾਂਦੀਆਂ ਟੋਲੀਆਂ ਨਜ਼ਰ ਆਉਣ ਲੱਗੀਆਂ। ਇੱਕ ਤੋਂ ਇੱਕ ਵੱਧ ਭੜਕੀਲੇ ਕੱਪੜੇ ਪਾਈ, ਕੋਈ ਟਾਂਗੇ ਉੱਤੇ ਸਵਾਰ, ਕੋਈ ਮੋਟਰ ਉੱਤੇ, ਸਭਨਾਂ ਦੇ ਅਤਰ ਛਿੜਕੇ ਹੋਏ, ਸਾਰਿਆਂ ਦੇ ਦਿਲ ਚਾਵਾਂ ਨਾਲ ਭਰੇ ਹੋਏ। ਪੇਂਡੂਆਂ ਦਾ ਇਹ ਛੋਟਾ ਜਿਹਾ ਟੋਲਾ ਆਪਣੇ ਆਪ ਵਿੱਚ ਮਗਨ, ਚੁਫੇਰੇ ਤੋਂ ਬੇਖਬਰ ਆਰਾਮ ਨਾਲ ਤੁਰਿਆ ਜਾ ਰਿਹਾ ਸੀ। ਦੇਖੋ ਵਿਦਿਆਰਥੀਓ, ਤਸਵੀਰ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪਣੇ ਟੋਲਿਆਂ ਦੇ ਟੋਲੇ ਬਣਾ ਕੇ ਈਦਗਾਹ ਵੱਲ ਨੂੰ ਜਾ ਰਹੇ। ਈਦਗਾਹ ਨਜ਼ਰ ਆਈ, ਉੱਥੇ ਇਮਲੀ ਦੇ ਦਰਖਤਾਂ ਦੀ ਛਾਂ ਹੈ। ਹੇਠਾਂ ਖੁੱਲ੍ਹਾ ਪੱਕਾ ਫਰਸ਼ ਹੈ ਜਿਸ ਤੇ ਦਰੀਆਂ ਵਿਛੀਆਂ ਹੋਈਆਂ ਹਨ।
ਦੇਖੋ ਇਹ ਦਰੀਆਂ ਵਿਛੀਆਂ ਹੋਈਆਂ ਨੇ ਤੇ ਲੋਕ ਆ ਕੇ ਕਤਾਰਾਂ ਵਿੱਚ ਖੜੇ ਹੋ ਗਏ ਨੇ। ਸਭ ਤੋਂ ਪਹਿਲਾਂ ਇੱਥੇ ਨਮਾਜ਼ ਪੜ੍ਹੀ ਜਾਵੇਗੀ। ਨਮਾਜ਼ੀਆਂ ਦੀਆਂ ਲਾਈਨਾਂ ਇੱਕ ਦੇ ਪਿੱਛੇ ਇੱਕ ਪਤਾ ਨਹੀਂ ਕਿੱਥੋਂ ਤੱਕ ਚਲੀਆਂ ਗਈਆਂ ਹਨ। ਪੱਕੇ ਫਰਸ਼ ਦੇ ਪਿੱਛੇ ਜਿੱਥੇ ਦਰੀ ਵੀ ਨਹੀਂ ਸੀ ਵਿਛੀ ਹੋਈ, ਕਈ ਕਤਾਰਾਂ ਖੜੀਆਂ ਹਨ। ਨਵੇਂ ਆਉਣ ਵਾਲੇ ਆ ਕੇ ਪਿਛਲੀ ਕਤਾਰ ਵਿੱਚ ਖੜੋ ਜਾਂਦੇ ਨੇ। ਅੱਗੇ ਥਾਂ ਨਹੀਂ। ਇੱਥੇ ਕੋਈ ਅਮੀਰੀ ਤੇ ਦਰਜਾ ਨਹੀਂ ਦੇਖਦਾ ਕਿ ਕੋਈ ਉੱਚਾ ਨੀਵਾਂ ਨਹੀਂ ਦੇਖਿਆ ਜਾਂਦਾ। ਇੱਥੇ ਸਾਰੇ ਬਰਾਬਰ ਹਨ। ਇਸਲਾਮ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ। ਇਹਨਾਂ ਪੇਂਡੂਆਂ ਨੇ ਵੁਜ਼ੂ ਕੀਤਾ ਤੇ ਕਤਾਰ ਵਿੱਚ ਸ਼ਾਮਲ ਹੋ ਗਏ। ਕਿੰਨਾ ਸੋਹਣਾ ਪ੍ਰਬੰਧ ਹੈ। ਤਰਤੀਬ ਦਿੱਤੀ ਹੋਈ ਜਮਾਤ ਹੈ। ਲੱਖਾਂ ਸਿਰ ਇਕੱਠੇ ਸਿਜਦੇ ਵਿੱਚ ਝੁਕ ਜਾਂਦੇ ਹਨ ਤੇ ਫਿਰ ਸਾਰੇ ਦੇ ਸਾਰੇ ਇਕੱਠੇ ਖੜੇ ਹੋ ਜਾਂਦੇ ਨੇ। ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰੇ ਇਕੱਠੇ ਹੀ ਝੁਕੇ ਹੋਏ ਨੇ ਨਮਾਜ਼ ਪੜ੍ਹਦੇ ਵਕਤ। ਇਕੱਠੇ ਝੁਕਦੇ ਤੇ ਇਕੱਠੇ ਗੋਡਿਆਂ ਭਾਰ ਬੈਠ ਜਾਂਦੇ ਨੇ। ਇਹ ਅਮਲ ਬਾਰ-ਬਾਰ ਹੁੰਦਾ ਹੈ। ਇੰਜ ਲੱਗਦਾ ਹੈ ਜਿਵੇਂ ਬਿਜਲੀ ਦੇ ਹਜ਼ਾਰਾਂ ਲਾਟੂ ਇਕੱਠੇ ਜਗ ਜਾਂਦੇ ਹੋਣ ਤੇ ਇਕੱਠੇ ਹੀ ਬੁਝ ਜਾਣ, ਜਿਵੇਂ ਕਿਸੇ ਨੇ ਸਭ ਨੂੰ ਇੱਕ ਲੜੀ ਵਿੱਚ ਪਰੋ ਦਿੱਤਾ ਹੋਵੇ। ਨਮਾਜ਼ ਖਤਮ ਹੋ ਗਈ ਹੈ। ਲੋਕ ਇੱਕ ਦੂਜੇ ਦੇ ਗਲੇ ਮਿਲ ਰਹੇ ਹਨ। ਇਹ ਦੇਖੋ ਤੁਸੀਂ ਤਸਵੀਰ ਵਿੱਚ ਦੇਖਦੇ ਹੋ ਕਿ ਕਿਵੇਂ ਬੱਚੇ ਵੀ ਨਮਾਜ਼ ਤੋਂ ਬਾਅਦ ਇੱਕ ਦੂਸਰੇ ਦੇ ਗਲੇ ਮਿਲ ਰਹੇ ਹਨ। ਤਦੇ ਹੀ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਤੇ ਧਾਵਾ ਬੋਲਿਆ ਜਾਂਦਾ ਹੈ। ਧਾਵਾ ਬੋਲਣਾ ਹਮਲਾ ਕਰਨਾ, ਕਿ ਇੱਕੋ ਦਮ ਦੁਕਾਨਾਂ ਵੱਲ ਜਾਇਆ ਜਾਂਦਾ ਹੈ ਖਾਣ ਪੀਣ ਲਈ, ਖਿਡੌਣੇ ਖਰੀਦਣ ਲਈ। ਪੇਂਡੂਆਂ ਦਾ ਇਹ ਟੋਲਾ ਇਸ ਅਮਲ ਵਿੱਚ ਬੱਚਿਆਂ ਤੋਂ ਘੱਟ ਨਹੀਂ ਹੈ। ਇਹ ਦੇਖੋ ਝੂਲਾ ਹੈ। ਇਹ ਦੇਖੋ ਬੱਚਿਓ, ਤੁਸੀਂ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਨੇ। ਇੱਕ ਪੈਸਾ ਦੇ ਕੇ ਚੜ ਜਾਓ, ਕਦੇ ਅਸਮਾਨ ਵਿੱਚ ਜਾਂਦੇ ਲੱਗੋਗੇ ਤੇ ਕਦੇ ਜ਼ਮੀਨ ਉੱਤੇ ਡਿੱਗਦੇ। ਇਹ ਦੇਖੋ ਇਸ ਝੂਲੇ ਵਿੱਚ ਇਹਨੂੰ ਚੰਡੋਲ ਕਹਿੰਦੇ ਨੇ ਕਿ ਇਹਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ, ਜਦੋਂ ਅਸੀਂ ਉੱਪਰ ਜਾਂਦੇ ਹਾਂ, ਸਾਨੂੰ ਲੱਗਦਾ ਹੈ ਕਿ ਅਸੀਂ ਅਸਮਾਨ ਵਿੱਚ ਪਹੁੰਚ ਗਏ ਤੇ ਫਿਰ ਇੱਕਦਮ ਜ਼ਮੀਨ ਵੱਲ ਆਉਂਦੇ ਲੱਗਦੇ ਆ। ਇਹ ਚਰਖੜੀ ਹੈ। ਇੱਕ ਪੈਸਾ ਦੇਖ ਕੇ ਬੈਠ ਜਾਓ ਤੇ 25 ਚੱਕਰਾਂ ਦਾ ਮਜ਼ਾ ਲਓ। ਇਹ ਦੇਖੋ ਚਰਖੜੀ ਘੁੰਮ ਘੁੰਮ ਕੇ ਚੱਕਰ ਦਿੰਦੀ ਹੈ। ਮਹਿਮੂਦ ਤੇ ਮੁਹਸਿਨ, ਨੂਰਾ ਤੇ ਸ਼ੰਮੀ ਇਹਨਾਂ ਘੋੜਿਆਂ ਤੇ ਊਠਾਂ ਉੱਤੇ ਬੈਠਦੇ ਹਨ। ਹਾਮਿਦ ਪਰੇ ਖੜਾ ਹੈ। 3 ਪੈਸੇ ਹੀ ਤਾਂ ਉਹਦੇ ਕੋਲ ਨੇ। ਜ਼ਰਾ ਜਿਹਾ ਚੱਕਰ ਖਾਣ ਲਈ ਆਪਣੇ ਖਜ਼ਾਨੇ ਦਾ ਤੀਸਰਾ ਹਿੱਸਾ ਉਹ ਨਹੀਂ ਦੇ ਸਕਦਾ। ਵਿਦਿਆਰਥੀਓ, ਅਸੀਂ ਇਹਨਾਂ ਸਤਰਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਬੱਚੇ ਦੇ ਮਨ ਦੇ ਅੰਦਰ ਕੀ ਚੱਲ ਰਿਹਾ ਹੈ। ਉਸਨੂੰ ਪਤਾ ਹੈ ਕਿ ਮੇਰੇ ਕੋਲ ਸਿਰਫ 3 ਪੈਸੇ ਨੇ, ਕਿ ਮੈਂ ਇਹ ਜੇ ਇੱਥੇ ਹੀ ਖਰਚ ਦਿੱਤੇ ਤਾਂ ਮੇਰੇ ਕੋਲ ਖਤਮ ਹੋ ਜਾਣਗੇ। ਕਿ ਉਹ ਬੜਾ ਸੋਚ ਸਮਝ ਕੇ ਇਹ ਵਿਚਾਰ ਕਰ ਰਿਹਾ ਹੈ ਕਿ ਮੈਨੂੰ ਇਹ ਕਿੱਥੇ ਖਰਚਣੇ ਚਾਹੀਦੇ। ਸਭ ਉਤਰਦੇ ਹਨ। ਹੁਣ ਖਿਡੌਣੇ ਲੈਣਗੇ। ਸਾਰੇ ਬੱਚੇ ਨੇ ਜਿਹੜੇ ਝੂਲਿਆਂ ਤੋਂ ਉੱਤਰ ਆਏ ਨੇ, ਹੁਣ ਉਹ ਖਿਡੌਣੇ ਖਰੀਦਣਗੇ। ਉਧਰ ਦੁਕਾਨਾਂ ਦੀਆਂ ਲਾਈਨਾਂ ਲੱਗੀਆਂ ਹਨ। ਤਰ੍ਹਾਂ ਤਰ੍ਹਾਂ ਦੇ ਖਿਡੌਣੇ ਹਨ। ਵਿਦਿਆਰਥੀਓ, ਪਹਿਲਾਂ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਇਹ ਦੇਖੋ ਖਿਡੌਣਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ। ਦੇਖੋ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਨੇ। ਸਿਪਾਹੀ ਨੇ, ਗਵਾਲਣ ਹੈ ਤੇ ਧੋਬਣ ਹੈ। ਇਹ ਖਾਕੀ ਵਰਦੀ ਵਾਲਾ ਸਿਪਾਹੀ ਹੈ। ਦੇਖੋ ਇਹ ਮਿੱਟੀ ਦੇ ਬਣੇ ਹੋਏ ਖਿਡੌਣੇ ਨੇ। ਸਿਪਾਹੀ, ਗਵਾਲਣ, ਰਾਜਾ, ਵਕੀਲ, ਧੋਬਣ, ਮਾਸ਼ਕੀ। ਮਾਸ਼ਕੀ ਹੁੰਦਾ ਪਾਣੀ ਪਿਲਾਉਣ ਵਾਲਾ, ਅਤੇ ਸਾਧੂ। ਵਾਹ ਕਿੰਨੇ ਸੋਹਣੇ ਖਿਡੌਣੇ ਹਨ, ਜਿਵੇਂ ਹੁਣੇ ਬੋਲ ਪੈਣਗੇ। ਮਹਿਮੂਦ ਨੇ ਸਿਪਾਹੀ ਲੈ ਲਿਆ, ਖਾਕੀ ਵਰਦੀ ਤੇ ਲਾਲ ਪੱਗ ਵਾਲਾ, ਮੋਢੇ ਉੱਤੇ ਬੰਦੂਕ, ਜਿਵੇਂ ਹੁਣੇ ਕਵਾਇਦ ਕਰਕੇ ਆ ਰਿਹਾ ਹੋਵੇ। ਮੁਹਸਿਨ ਨੂੰ ਮਾਸ਼ਕੀ ਪਸੰਦ ਆਇਆ। ਝੁਕਿਆ ਲੱਕ ਉੱਤੇ ਮਸ਼ਕ ਰੱਖੀ। ਮਸ਼ਕ ਦਾ ਮੂੰਹ ਇੱਕ ਹੱਥ ਨਾਲ ਫੜਿਆ ਹੋਇਆ ਹੈ। ਕਿੰਨਾ ਖੁਸ਼ ਹੈ। ਖਬਰੇ ਗੀਤਾ ਗਾ ਰਿਹਾ ਹੈ। ਨੂਰੇ ਨੂੰ ਵਕੀਲ ਨਾਲ ਪ੍ਰੇਮ ਹੈ। ਕਿੰਨੀ ਸਿਆਣਪ ਹੈ ਉਸਦੇ ਮੂੰਹ ਉੱਤੇ। ਕਾਲਾ ਚੋਗਾ, ਹੇਠਾਂ ਚਿੱਟੀ ਅਚਕਨ, ਅਚਕਨ ਦੀ ਸਾਹਮਣੀ ਜੇਬ ਵਿੱਚ ਘੜੀ, ਸੁਨਹਿਰੀ ਜੰਜ਼ੀਰ, ਇੱਕ ਹੱਥ ਵਿੱਚ ਕਾਨੂੰਨ ਦੀ ਕਿਤਾਬ। ਇਹ ਦੇਖੋ ਤੁਸੀਂ, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਇਹ ਦਿਖਾਇਆ ਕਿ ਕਿਸ ਤਰ੍ਹਾਂ ਮਿੱਟੀ ਦੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਲੱਗਦਾ ਹੈ ਹੁਣੇ ਕਿਸੇ ਅਦਾਲਤ ਵਿੱਚੋਂ ਬਹਿਸ ਕਰਕੇ ਆ ਰਿਹਾ ਹੈ। ਇਹ ਸਭ ਖਿਡੌਣੇ 2-2 ਪੈਸੇ ਦੇ ਹਨ। ਪਰ ਹਾਮਿਦ ਜੇ 2 ਪੈਸੇ ਦਾ ਖਿਡੌਣਾ ਲੈ ਲਏ ਤਾਂ ਫਿਰ ਹੋਰ ਕੀ ਲਵੇਗਾ। ਨਹੀਂ, ਖਿਡੌਣੇ ਤਾਂ ਫਜ਼ੂਲ ਜਿਹੇ ਹਨ। ਜੇ ਕਿਧਰੇ ਹੱਥੋਂ ਡਿੱਗ ਪੈਣ ਤਾਂ ਚੂਰਾ ਹੋ ਜਾਣਗੇ। ਜ਼ਰਾ ਕੁ ਪਾਣੀ ਪਵੇ ਤਾਂ ਸਾਰਾ ਰੰਗ ਲੈ ਜਾਵੇਗਾ। ਇਹੋ ਜਿਹੇ ਖਿਡੌਣੇ ਲੈ ਕੇ ਉਹ ਕੀ ਕਰੇਗਾ। ਇਹ ਵਿਚਾਰ ਨੇ ਜਿਹੜੇ ਹਾਮਿਦ ਦੇ ਮਨ ਵਿੱਚ ਲਗਾਤਾਰ ਚੱਲੀ ਜਾ ਰਹੇ ਨੇ।
ਤੇ ਉਹ ਸੋਚ ਕੇ ਪਰੇਸ਼ਾਨ ਹੈ ਕਿ ਉਹ ਆਪਣੇ 3 ਪੈਸੇ ਕਿੱਥੇ ਖਰਚ ਕਰੇ ਜਾਂ ਕਿੱਥੇ ਨਾ ਕਰੇ। ਮੁਹਸਿਨ ਆਖਦਾ ਹੈ, ਮਾਸ਼ਕੀ ਰੋਜ਼ ਪਾਣੀ ਦੇਣ ਜਾਊਗਾ ਸਵੇਰੇ ਸ਼ਾਮ। ਇਹ ਦੇਖੋ ਤਸਵੀਰ ਵਿੱਚ ਮਾਸ਼ਕੀ ਦੀ ਤਸਵੀਰ ਹੈ ਇਹ। ਆ ਦੇਖੋ ਇਹਨੂੰ ਮਸ਼ਕ ਕਹਿੰਦੇ ਆ। ਇਹ ਪੁਰਾਣੇ ਜ਼ਮਾਨੇ ਵਿੱਚ ਹੁੰਦਾ ਸੀ ਬੱਚਿਓ, ਜਦੋਂ ਇੱਕ ਮਾਸ਼ਕੀ ਖੂਹ ਤੋਂ ਪਾਣੀ ਭਰ ਕੇ ਲਿਆਉਂਦਾ ਸੀ ਤੇ ਉਹ ਲੋੜਵੰਦਾਂ ਨੂੰ ਪਾਣੀ ਪਿਲਾਉਂਦਾ ਸੀ। ਇਸ ਦੇ ਵਿੱਚ ਇਹਨੂੰ ਮਸ਼ਕ ਕਿਹਾ ਜਾਂਦਾ ਹੈ। ਇਹ ਏਦਾਂ ਮੋਢੇ ਦੇ ਵਿੱਚ ਪਾ ਕੇ ਟੰਗੀ ਜਾਂਦੀ ਹੈ। ਇਸ ਵਿੱਚ ਪਾਣੀ ਭਰ ਕੇ ਅੱਗੇ ਜਾ ਕੇ ਇਹ ਲੋੜਵੰਦਾਂ ਨੂੰ ਪਿਲਾਇਆ ਜਾਂਦਾ। ਮਹਿਮੂਦ ਬੋਲਿਆ, ਅਤੇ ਮੇਰਾ ਸਿਪਾਹੀ ਘਰ ਦਾ ਪਹਿਰਾ ਦੇਊਗਾ। ਕੋਈ ਚੋਰ ਆਊ ਤਾਂ ਝੱਟ ਬੰਦੂਕ ਦਾ ਫਾਇਰ ਕਰ ਦੇਵੇਗਾ। ਇਹ ਦੇਖੋ ਮਹਿਮੂਦ ਦਾ ਸਿਪਾਹੀ ਹੈ। ਨੂਰਾ, ਮੇਰਾ ਵਕੀਲ ਰੋਜ਼ ਮੁਕੱਦਮਾ ਲੜੂਗਾ। ਇਹ ਨੂਰੇ ਦਾ ਵਕੀਲ ਹੋ ਗਿਆ। ਸ਼ੰਮੀ, ਮੇਰੀ ਧੋਬਣ ਰੋਜ਼ ਕੱਪੜੇ ਧੋਊਗੀ। ਇਹ ਦੇਖੋ ਇੱਕ ਧੋਬਣ ਕੱਪੜੇ ਧੋ ਰਹੀ ਹੈ। ਹਾਮਿਦ ਖਿਡੌਣਿਆਂ ਦੀ ਨਿੰਦਿਆ ਕਰਦਾ ਹੈ। ਮਿੱਟੀ ਦੇ ਹੀ ਤਾਂ ਨੇ, ਡਿੱਗ ਪਏ ਤਾਂ ਚੂਰਾ ਹੋ ਜਾਣਗੇ। ਪਰ ਲਲਚਾਈਆਂ ਨਜ਼ਰਾਂ ਨਾਲ ਖਿਡੌਣਿਆਂ ਵੱਲ ਵੇਖ ਰਿਹਾ ਹੈ ਤੇ ਚਾਹੁੰਦਾ ਹੈ ਕਿ ਕੁਝ ਚਿਰ ਉਹਨਾਂ ਨੂੰ ਫੜ ਸਕਦਾ ਹੈ। ਤੇ ਬੱਚਾ ਹੀ ਨਾ ਵਿਦਿਆਰਥੀਓ, ਉਸਦੇ ਮਨ ਵਿੱਚ ਵੀ ਆਉਂਦਾ ਹੀ ਹੈ, ਅਰਮਾਨ ਨੇ ਉਹਦੇ ਕਿ ਮੈਂ ਵੀ ਖਿਡੌਣੇ ਨੂੰ ਫੜ ਕੇ ਦੇਖਾਂ। ਪਰ ਦੂਸਰੀ ਤਰਫ ਉਹ ਦੇਖਦਾ ਕਿ ਮੇਰੇ ਕੋਲ ਤਾਂ 3 ਪੈਸੇ ਨੇ ਤੇ ਇਹ ਸੋਚ ਕੇ ਉਹ ਚੁੱਪ ਕਰ ਜਾਂਦਾ। ਉਸਦੇ ਹੱਥ ਅਣਜਾਣੇ ਹੀ ਵੱਧਦੇ ਹਨ, ਪਰ ਮੁੰਡੇ ਇੰਨੇ ਤਿਆਗੀ ਨਹੀਂ ਹੁੰਦੇ, ਖਾਸ ਕਰਕੇ ਜਦੋਂ ਸ਼ੌਕ ਨਵਾਂ ਹੋਵੇ। ਹਾਮਿਦ ਲਲਚਾਉਂਦਾ ਰਹਿ ਜਾਂਦਾ ਹੈ। ਖਿਡੌਣਿਆਂ ਤੋਂ ਬਾਅਦ ਮਠਿਆਈਆਂ ਦੀ ਵਾਰੀ ਆਈ। ਕਿਸੇ ਨੇ ਰਿਉੜੀਆਂ ਲੈ ਲਈਆਂ। ਇਹ ਦੇਖੋ ਕਿਸੇ ਨੇ ਸੋਹਣ ਹਲਵਾ। ਇਹ ਦੇਖੋ ਸੋਹਣ ਹਲਵੇ ਦੀਆਂ ਤਸਵੀਰਾਂ ਹਨ। ਮਜ਼ੇ ਨਾਲ ਖਾ ਰਹੇ ਨੇ। ਹਾਮਿਦ ਬਰਾਦਰੀ ਤੋਂ ਅੱਡ ਹੈ, ਵਿਚਾਰੇ ਕੋਲ 3 ਪੈਸੇ ਹੀ ਨੇ। ਇਹ ਕੁਝ ਲੈ ਕੇ ਖਾਂਦਾ ਕਿਉਂ ਨਹੀਂ? ਲਲਚਾਈਆਂ ਨਜ਼ਰਾਂ ਨਾਲ ਸਭ ਵੱਲ ਝਾਕਦਾ ਹੈ। ਮੁਹਸਿਨ ਆਖਦਾ ਹੈ, ਹਾਮਿਦ ਰਿਉੜੀਆਂ ਲੈ ਲੈ, ਕਿੰਨੀਆਂ ਖੁਸ਼ਬੂਦਾਰ ਨੇ। ਹੁਣ ਜਿਹੜੇ ਬਾਕੀ ਬੱਚੇ ਨੇ ਉਹ ਵੀ ਥੋੜਾ ਜਿਹਾ ਉਹਨੂੰ ਤੰਗ ਕਰਦੇ ਨੇ, ਮਜ਼ਾਕ ਕਰ ਰਹੇ ਨੇ ਕਿ ਇਹ ਕੁਛ ਨਹੀਂ ਲੈ ਰਿਹਾ। ਹਾਮਿਦ ਨੂੰ ਸ਼ੱਕ ਹੋਇਆ ਕਿ ਇਹ ਤਾਂ ਸਿਰਫ ਮਜ਼ਾਕ ਹੈ। ਮੁਹਸਿਨ ਏਡੇ ਵੱਡੇ ਦਿਲ ਦਾ ਨਹੀਂ ਹੈ, ਪਰ ਜਾਣਦਿਆਂ ਹੋਇਆਂ ਵੀ ਉਹ ਉਸਦੇ ਕੋਲ ਜਾਂਦਾ ਹੈ। ਮੁਹਸਿਨ ਡੂਨੇ ਵਿੱਚੋਂ ਇੱਕ ਰਿਉੜੀ ਕੱਢ ਕੇ ਉਸਦੇ ਵੱਲ ਕਰਦਾ ਹੈ। ਹਾਮਿਦ ਹੱਥ ਕਰਦਾ ਹੈ। ਮੁਹਸਿਨ ਰਿਉੜੀ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ। ਮਹਿਮੂਦ, ਨੂਰਾ ਤੇ ਸ਼ੰਮੀ ਖੂਬ ਤਾੜੀਆਂ ਵਜਾ ਕੇ ਹੱਸਦੇ ਹਨ। ਹਾਮਿਦ ਕੱਚਾ ਜਿਹਾ ਹੋ ਜਾਂਦਾ ਹੈ। ਇੱਥੇ ਅਸੀਂ ਹਾਮਿਦ ਦੇ ਮਨ ਦੀ ਹਾਲਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਹ ਵਿਚਾਰਾ ਬੱਚਾ ਜਿਸ ਕੋਲ ਸਿਰਫ ਥੋੜੇ ਜਿਹੇ ਪੈਸੇ ਹਨ, ਕਿ ਉਹ ਕਿਸ ਤਰ੍ਹਾਂ ਆਪਣੇ ਮਨ ਨੂੰ ਬਾਰ-ਬਾਰ ਮਾਰ ਰਿਹਾ ਹੈ। ਮੁਹਸਿਨ ਬੋਲਦਾ ਹੈ, ਚੰਗਾ ਐਤਕੀ ਜ਼ਰੂਰ ਦੇਵਾਂਗਾ। ਹਾਮਿਦ, ਸਹੁੰ ਲੈ ਜਾ। ਹਾਮਿਦ, ਰਹਿਣ ਦੇ, ਮੇਰੇ ਕੋਲ ਪੈਸੇ ਨਹੀਂਗੇ। ਸ਼ੰਮੀ, 3 ਪੈਸੇ ਹੀ ਤਾਂ ਹੈਗੇ, 3 ਪੈਸਿਆਂ ਨਾਲ ਕੀ ਲਏਗਾ? ਮਹਿਮੂਦ, ਮੈਥੋਂ ਗੁਲਾਬ ਜਾਮਣ ਲੈ ਜਾ। ਹਾਮਿਦ, ਮੁਹਸਿਨ ਸ਼ਰਾਰਤੀ ਹੈ। ਹਾਮਿਦ, ਮਿਠਾਈ ਕਿਤੇ ਬੜੀ ਵੱਡੀ ਚੀਜ਼ ਹੈ, ਕਿਤਾਬ ਵਿੱਚ ਇਸ ਦੀਆਂ ਬੁਰਾਈਆਂ ਲਿਖੀਆਂ ਨੇ। ਹੁਣ ਹਾਮਿਦ ਆਪਣੇ ਵੱਲੋਂ ਦਲੀਲ ਦੇ ਰਿਹਾ ਹੈ। ਬੇਸ਼ੱਕ ਉਸਦਾ ਖਾਣ ਨੂੰ ਮਨ ਕਰ ਰਿਹਾ ਮਿਠਾਈ, ਪਰ ਫਿਰ ਵੀ ਉਹ ਮਿਠਾਈ ਦੇ ਵਿਰੁੱਧ ਬੋਲ ਰਿਹਾ। ਮੁਹਸਿਨ, ਪਰ ਅੰਦਰੋਂ ਤਾਂ ਆਖਦਾ ਹੋਵੇਗਾ ਕਿ ਜੇ ਕੁਝ ਮਿਲ ਜਾਏ ਤਾਂ ਖਾ ਲਵਾਂ, ਆਪਣੇ ਪੈਸੇ ਕਿਉਂ ਨਹੀਂ ਕੱਢਦਾ? ਮਹਿਮੂਦ, ਅਸੀਂ ਸਮਝਦੇ ਹਾਂ ਇਸ ਦੀ ਚਲਾਕੀ। ਜਦੋਂ ਸਾਡੇ ਪੈਸੇ ਖਰਚ ਹੋ ਜਾਣਗੇ ਤਾਂ ਸਾਨੂੰ ਲਲਚਾ ਕੇ ਆਪ ਖਾਵੇਗਾ। ਮਠਿਆਈਆਂ ਤੋਂ ਮਗਰੋਂ ਕੁਝ ਦੁਕਾਨਾਂ ਲੋਹੇ ਦੀਆਂ ਚੀਜ਼ਾਂ ਦੀਆਂ ਹਨ, ਜਿਵੇਂ ਕਿ ਇੱਕ ਦੁਕਾਨ ਤੁਸੀਂ ਦੇਖ ਸਕਦੇ ਹੋ, ਇੱਥੇ ਲੋਹੇ ਦੀਆਂ ਚੀਜ਼ਾਂ ਬਣ ਰਹੀਆਂ ਨੇ। ਮੁੰਡਿਆਂ ਲਈ ਉੱਥੇ ਕੋਈ ਖਿੱਚ ਨਹੀਂ ਸੀ, ਉਹ ਅੱਗੇ ਤੁਰ ਗਏ। ਹਾਮਿਦ ਲੋਹੇ ਵਾਲੀ ਦੁਕਾਨ ਤੇ ਰੁਕ ਜਾਂਦਾ ਹੈ। ਉੱਥੇ ਚਿਮਟੇ ਪਏ ਹਨ। ਚਿਮਟਾ ਵਿਦਿਆਰਥੀਓ ਸਭ ਨੂੰ ਹੀ ਪਤਾ ਹੈ ਕਿ ਜਦੋਂ ਚੁੱਲ੍ਹੇ ਤੇ ਰੋਟੀ ਬਣਾਈ ਜਾਂਦੀ ਹੈ ਤਾਂ ਸਾਡੀਆਂ ਮਾਵਾਂ ਉਸਨੂੰ ਰੋਟੀ ਨੂੰ ਥੱਲਣ ਲਈ, ਉਸਦਾ ਪਾਸਾ ਪਲਟਾਉਣ ਲਈ ਚਿਮਟੇ ਦਾ ਇਸਤੇਮਾਲ ਕਰਦੀਆਂ ਨੇ ਤਾਂ ਕਿ ਹੱਥ ਨਾ ਸੜੇ ਅੱਗ ਨਾਲ। ਉਸਨੂੰ ਖਿਆਲ ਆਇਆ ਦਾਦੀ ਕੋਲ ਚਿਮਟਾ ਨਹੀਂ ਹੈ। ਤਵੇ ਤੋਂ ਰੋਟੀ ਲਾਉਂਦਿਆਂ ਉਸਦਾ ਹੱਥ ਸੜ ਜਾਂਦਾ ਹੈ। ਜੇਕਰ ਉਹ ਚਿਮਟਾ ਲਿਜਾ ਕੇ ਦਾਦੀ ਨੂੰ ਦੇ ਦੇਵੇ ਤਾਂ ਉਹ ਕਿੰਨੀ ਖੁਸ਼ ਹੋਵੇਗੀ। ਉਸਦੀਆਂ ਉਂਗਲਾਂ ਕਦੇ ਨਹੀਂ ਸੜਨਗੀਆਂ। ਘਰ ਵਿੱਚ ਇੱਕ ਕੰਮ ਦੀ ਚੀਜ਼ ਆ ਜਾਵੇਗੀ। ਖਿਡੌਣਿਆਂ ਦਾ ਕੀ ਫਾਇਦਾ? ਫਜ਼ੂਲ ਖਰਚ ਕਰਨੇ। ਕੁਝ ਚਿਰ ਹੀ ਚਾਅ ਹੁੰਦਾ ਹੈ, ਫਿਰ ਖਿਡੌਣਿਆਂ ਵੱਲ ਕੋਈ ਝਾਕਦਾ ਵੀ ਨਹੀਂ। ਇਹ ਤਾਂ ਘਰ ਪਹੁੰਚਦਿਆਂ ਹੀ ਟੁੱਟ ਭੱਜ ਜਾਣਗੇ, ਜਾਂ ਛੋਟੇ ਬੱਚੇ ਜੋ ਈਦਗਾਹ ਨਹੀਂ ਜਾ ਸਕਦੇ ਜ਼ਿੱਦ ਕਰਕੇ ਲੈ ਲੈਣਗੇ ਤੇ ਤੋੜ ਦੇਣਗੇ। ਚਿਮਟਾ ਕਿੰਨੇ ਕੰਮ ਦੀ ਚੀਜ਼ ਹੈ। ਤਵੇ ਤੋਂ ਰੋਟੀਆਂ ਲਾ ਲਓ,
ਚੁੱਲ੍ਹੇ 'ਚ ਸੇਕ ਲਓ, ਕੋਈ ਅੱਗ ਮੰਗਣ ਆਏ ਝਟਪਟ ਚੁੱਲ੍ਹੇ 'ਚੋਂ ਕੱਢ ਕੇ ਦੇ ਦਿਓ। ਵਿਚਾਰੀ ਅੰਮਾ ਨੂੰ ਇੰਨੀ ਵਿਹਲ ਕਿ ਬਾਜ਼ਾਰ ਜਾਏ, ਕਿੱਥੇ ਇੰਨੀ ਵਿਹਲ ਕਿ ਬਾਜ਼ਾਰ ਜਾਏ, ਤੇ ਨਾਲੇ ਇੰਨੇ ਪੈਸੇ ਹੀ ਕਦ ਹੁੰਦੇ ਹਨ, ਰੋਜ਼ ਹੱਥ ਛਾੜ ਲੈਂਦੀ ਹੈ। ਤੇ ਉਹ ਹੁਣ ਆਪਣੇ ਮਨ ਹੀ ਮਨ ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕਰ ਰਿਹਾ ਹੈ, ਤੇ ਉਹ ਚਿਮਟਾ ਖਰੀਦਣ ਬਾਰੇ ਉਸਦੇ ਮਨ ਵਿੱਚ ਵਿਚਾਰ ਪੈਦਾ ਹੋ ਰਹੇ ਨੇ। ਇਹ ਦੇਖੋ, ਇੱਕ ਔਰਤ ਰੋਟੀਆਂ ਬਣਾ ਰਹੀ ਹੈ ਤੇ ਨਾਲ ਹੀ ਉਸਨੇ ਕੋਲ ਆਪਣੇ ਚਿਮਟਾ ਰੱਖਿਆ ਹੋਇਆ ਹੈ, ਤਾਂ ਕਿ ਉਹ ਰੋਟੀ ਨੂੰ ਤਵੇ ਤੋਂ ਲਾਉਣ ਵੇਲੇ ਚਿਮਟੇ ਦਾ ਇਸਤੇਮਾਲ ਕਰ ਸਕੇ ਤੇ ਉਸਦੇ ਹੱਥ ਨਾ ਸੜਨ। ਹਾਮਿਦ ਦੇ ਸਾਥੀ ਅੱਗੇ ਜਾ ਚੁੱਕੇ ਸਨ। ਵੇਖੋ ਕਿੰਨੇ ਲਾਲਚੀ ਨੇ। ਉਹ ਫੇਰ ਸੋਚਣ ਲੱਗਦਾ, ਕਹਿੰਦਾ ਇੰਨੀਆਂ ਮਠਿਆਈਆਂ ਲਈਆਂ, ਮੈਨੂੰ ਕਿਸੇ ਨੇ ਇੱਕ ਵੀ ਨਹੀਂ ਦਿੱਤੀ। ਉੱਤੋਂ ਆਖਦੇ ਨੇ ਸਾਡੇ ਨਾਲ ਖੇਡੋ, ਮੇਰਾ ਇਹ ਕੰਮ ਕਰ ਦਿਓ, ਮੇਰਾ ਉਹ ਕੰਮ ਕਰ ਦਿਓ। ਹੁਣ ਜੇ ਕੰਮ ਕਰਨ ਲਈ ਆਖਿਆ ਤਾਂ ਪੁੱਛੂ ਉਹਨਾਂ ਨੂੰ, ਖਾਣ ਮਠਿਆਈਆਂ ਆਪੇ ਚੇਟਕ ਲੱਗੂ, ਫੋੜੇ ਫਿਣਸੀਆਂ ਨਿਕਲਣਗੀਆਂ, ਫੇਰ ਚੁੱਕਣਗੇ ਘਰੋਂ ਪੈਸੇ ਤੇ ਖਾਣਗੇ ਛਿੱਤਰ। ਕਿਤਾਬ ਵਿੱਚ ਝੂਠੀਆਂ ਗੱਲਾਂ ਥੋੜੀਆਂ ਲਿਖੀਆਂ ਹੋਈਆਂ ਨੇ। ਵਿਦਿਆਰਥੀਓ, ਚੇਟਕ ਦਾ ਅਰਥ ਹੁੰਦਾ ਹੈ ਕਿ ਇੱਕ ਤਰ੍ਹਾਂ ਦੀ ਆਦਤ ਲੱਗ ਜਾਣੀ, ਕਿ ਉਹ ਜੇ ਅੱਜ ਲੈ ਕੇ ਜਾਣਗੇ ਤਾਂ ਉਹਨਾਂ ਨੂੰ ਆਦਤ ਪੈ ਜਾਣੀ ਆ, ਬਾਰ-ਬਾਰ ਖਾਣ ਕਰਕੇ ਉਹਨਾਂ ਦੇ ਫੋੜੇ ਫਿਣਸੀਆਂ ਨਿਕਲ ਸਕਦੇ ਨੇ। ਇਹ ਹਾਮਿਦ ਸੋਚ ਰਿਹਾ। ਅੱਗੇ ਉਹ ਸੋਚਦਾ ਹੈ, ਕਹਿੰਦਾ ਕਿਤਾਬਾਂ ਵਿੱਚ ਝੂਠੀਆਂ ਗੱਲਾਂ ਥੋੜ੍ਹੀ ਲਿਖੀਆਂ ਹੋਈਆਂ ਨੇ, ਮੇਰੀ ਜ਼ੁਬਾਨ ਕਿਉਂ ਖਰਾਬ ਹੋਵੇਗੀ। ਅੰਮਾ ਵੇਖਦਿਆਂ ਸਾਰ ਭੱਜ ਕੇ ਚਿਮਟਾ ਮੇਰੇ ਹੱਥੋਂ ਖੋਹ ਲਵੇਗੀ ਤੇ ਆਖੇਗੀ, ਮੇਰਾ ਪੁੱਤ ਅੰਮਾ ਲਈ ਚਿਮਟਾ ਲੈ ਕੇ ਆਇਆ ਹੈ, ਹਜ਼ਾਰਾਂ ਅਸੀਸਾਂ ਦੇਵੇਗੀ। ਇਹਨਾਂ ਖਿਡੌਣੇ ਲਿਆਉਣ ਵਾਲਿਆਂ ਨੂੰ ਕੌਣ ਸੀਸਾਂ ਦੇਵੇਗਾ। ਇਹ ਦੇਖੋ, ਇਹ ਸਾਰੇ ਵਿਚਾਰ ਉਹ ਮਨ ਵਿੱਚ ਸੋਚ ਰਿਹਾ ਹੈ ਤੇ ਉਹ ਆਪਣਾ ਵਿਚਾਰ ਬਣਾ ਰਿਹਾ ਹੈ ਕਿ ਜਿਹੜੇ ਉਹਦੇ ਕੋਲੇ ਪੈਸੇ ਨੇ ਉਹਨਾਂ ਨਾਲ ਉਹ ਚਿਮਟਾ ਖਰੀਦ ਲਵੇ। ਇਹ ਅਸੀਂ ਦੇਖੋ ਤੁਹਾਡੇ ਸਾਹਮਣੇ ਹਾਮਿਦ ਦੀ ਤਸਵੀਰ ਪੇਸ਼ ਕੀਤੀ ਹੈ। ਵਿਦਿਆਰਥੀਓ, ਇਸ ਰਾਹੀਂ ਅਸੀਂ ਇੱਕ ਹੋਰ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ। ਇਹ ਦੇਖੋ, ਹਾਮਿਦ ਨੇ ਆਪਣੇ ਮੂੰਹ ਤੇ ਮਾਸਕ ਲਗਾਇਆ ਹੋਇਆ। ਅੱਜ ਕੱਲ੍ਹ ਕੋਵਿਡ ਦਾ ਟਾਈਮ ਚੱਲ ਰਿਹਾ ਹੈ। ਇਸ ਮਹਾਮਾਰੀ ਦੇ ਸਮੇਂ ਦੇ ਦੌਰਾਨ ਹਾਮਿਦ ਤੁਹਾਨੂੰ ਸੁਨੇਹਾ ਦੇ ਰਿਹਾ ਹੈ ਕਿ ਕਦੇ ਵੀ ਤੁਸੀਂ ਬਾਹਰ ਮਾਸਕ ਤੋਂ ਬਿਨਾਂ ਨਹੀਂ ਜਾਣਾ। ਵੱਡਿਆਂ ਦੀਆਂ ਦਿੱਤੀਆਂ ਦੁਆਵਾਂ ਸਿੱਧੀਆਂ ਰੱਬ ਦੇ ਦਰਬਾਰ ਪਹੁੰਚਦੀਆਂ ਨੇ ਤੇ ਫੌਰਨ ਸੁਣਵਾਈ ਹੁੰਦੀ ਹੈ। ਉਸਨੇ ਦੁਕਾਨਦਾਰ ਨੂੰ ਪੁੱਛਿਆ, ਇਹ ਚਿਮਟਾ ਕਿੰਨੇ ਦਾ ਹੈ। ਦੁਕਾਨਦਾਰ ਨੇ ਉਸ ਵੱਲ ਵੇਖਿਆ ਤੇ ਨਾਲ ਕੋਈ ਵੱਡਾ ਨਾਂ ਹੋਣ ਕਰਕੇ ਆਖਣ ਲੱਗਿਆ, ਇਹ ਤੇਰੇ ਕੰਮ ਦੀ ਚੀਜ਼ ਨਹੀਂ ਬਈ। ਅੱਗੋਂ ਹਾਮਿਦ ਬੋਲਦਾ, ਵਿਕਾਊ ਹੈ ਕਿ ਨਹੀਂ। ਫਿਰ ਉਹ ਬੋਲਦਾ, ਦੁਕਾਨਦਾਰ ਵਿਕਾਊ ਕਿਉਂ ਨਹੀਂ ਹੈ, ਹੋਰ ਇੱਥੇ ਲੱਦ ਕੇ ਕਾਹਦੇ ਲਈ ਲਿਆਏ ਹਾਂ। ਫਿਰ ਦੱਸਦਾ ਕਿਉਂ ਨਹੀਂ ਕਿੰਨੇ ਦਾ ਹੈ। ਹਾਮਿਦ ਨੇ ਕਿਹਾ, 6 ਪੈਸੇ ਲੱਗਣਗੇ। ਹਾਮਿਦ ਦਾ ਜੀ ਥੋੜਾ ਹੋ ਗਿਆ। ਠੀਕ ਠੀਕ ਦੱਸ। ਠੀਕ ਠੀਕ 5 ਪੈਸੇ ਲੱਗਣਗੇ। ਲੈਣਾ ਹੈ ਲੈ, ਨਹੀਂ ਖਿਸਕਦਾ ਹੋ। ਹਾਮਿਦ ਨੇ ਜਿਗਰਾ ਕਰਕੇ ਕਿਹਾ, 3 ਪੈਸੇ ਲੈਣੇ ਨੇ। ਇਹ ਆਖਦਾ ਹੋਇਆ ਉਹ ਅੱਗੇ ਤੁਰ ਗਿਆ ਕਿ ਦੁਕਾਨਦਾਰ ਕਿਤੇ ਘੁਰਕੇ ਨਾ। ਪਰ ਦੁਕਾਨਦਾਰ ਘੁਰਕ ਕੇ ਨਾ ਪਿਆ, ਬੁਲਾ ਕੇ ਚਿਮਟਾ ਦੇ ਦਿੱਤਾ ਤੇ ਪੈਸੇ ਲੈ ਲਏ। ਹਾਮਿਦ ਨੇ ਚਿਮਟੇ ਨੂੰ ਇਉਂ ਮੋਢੇ ਤੇ ਰੱਖ ਲਿਆ ਜਿਵੇਂ ਬੰਦੂਕ ਹੋਵੇ ਤੇ ਸ਼ਾਨ ਨਾਲ ਆਕੜਦਾ ਹੋਇਆ ਸਾਥੀਆਂ ਕੋਲ ਆ ਗਿਆ। ਇਹ ਦੇਖੋ, ਤੁਸੀਂ ਦੇਖ ਸਕਦੇ ਹੋ, ਹਾਮਿਦ ਨੇ ਮੋਢੇ ਤੇ ਚਿਮਟਾ ਰੱਖਿਆ, ਪੂਰੀ ਸ਼ਾਨ ਨਾਲ ਤੁਰਿਆ ਆ ਰਿਹਾ ਤੇ ਬਾਕੀ ਦੇ ਸਾਥੀ ਉਹਨੂੰ ਦੀਆਂ ਨਜ਼ਰਾਂ ਉਹਨੂੰ ਦੇਖੋ ਕਿਸ ਤਰ੍ਹਾਂ ਦੇਖ ਰਹੀਆਂ ਨੇ। ਮੁਹਸਿਨ ਨੇ ਹੱਸਦੇ ਹੋਏ ਕਿਹਾ, ਹਾਂ ਚਿਮਟਾ ਕਾਹਦੇ ਲਈ ਲੈ ਆਇਆ ਕਮਲਿਆ, ਇਹਨੂੰ ਕੀ ਕਰੇਗਾ। ਹਾਮਿਦ ਨੇ ਚਿਮਟਾ ਜ਼ਮੀਨ ਤੇ ਮਾਰਿਆ ਤੇ ਬੋਲਿਆ, ਜ਼ਰਾ ਆਪਣਾ ਮਾਸ਼ਕੀ ਤਾਂ ਸੁੱਟ ਕੇ ਵੇਖ, ਸਾਰੀਆਂ ਪਸਲੀਆਂ ਚੂਰਨਾ ਹੋ ਜਾਣ ਬੱਚੂ ਦੀਆਂ। ਮਹਿਮੂਦ, ਇਹ ਚਿਮਟਾ ਕੋਈ ਖਿਡੌਣਾ ਹੈ। ਹਾਮਿਦ, ਖਿਡੌਣਾ ਕਿਉਂ ਨਹੀਂ, ਮੋਢੇ ਤੇ ਰੱਖ ਲਓ ਤਾਂ ਬੰਦੂਕ ਬਣ ਜੇ, ਹੱਥ 'ਚ ਫੜ ਲਓ ਜਿਵੇਂ ਫਕੀਰਾਂ ਦਾ ਚਿਮਟਾ, ਜੇ ਚਾਹਵਾਂ ਤਾਂ ਇਸ ਨਾਲ ਡੰਡੇ ਦਾ ਕੰਮ ਵੀ ਲੈ ਸਕਦਾ। ਇੱਕੋ ਮਾਰਾਂ ਤਾਂ ਤੁਹਾਡੇ ਸਭ ਖਿਡੌਣਿਆਂ ਦੀ ਜਾਨ ਨਿਕਲ ਜਾਵੇ। ਤੁਹਾਡੇ ਖਿਡੌਣੇ ਕਿੰਨਾ ਵੀ ਜ਼ੋਰ ਲਾ ਕੇ ਮੇਰੇ ਚਿਮਟੇ ਦਾ ਬਾਲ ਵੀ ਪਿੰਗਾ ਨਹੀਂ ਕਰ ਸਕਦੇ। ਬਹਾਦਰ ਸ਼ੇਰ ਹੈ ਮੇਰਾ ਚਿਮਟਾ। ਸ਼ੰਮੀ ਬੋਲਿਆ, ਮੇਰੀ ਡਫਲੀ ਨਾਲ ਵਟਾ ਲੈ, 2 ਆਨਿਆਂ ਦੀ ਹੈ। ਹਾਮਿਦ ਨੇ ਡਫਲੀ ਵੱਲ ਬੇਪਰਵਾਹੀ ਨਾਲ ਵੇਖਦੇ ਹੋਏ ਕਿਹਾ, ਬਸ ਇੱਕ ਚਿਮਟੇ ਦੀ ਨੋਕ ਲਾਓ। ਟੱਪ ਟੱਪ ਬੋਲਣ ਲੱਗੇ, ਮਾੜਾ ਜਿਹਾ ਪਾਣੀ ਲੱਗੇ ਤਾਂ ਬਸ ਖਤਮ। ਇਹ ਦੇਖੋ, ਸ਼ੰਮੀ ਆਪਣੀ ਡਫਲੀ ਦਿਖਾ ਰਿਹਾ। ਮੇਰਾ ਬਹਾਦਰ ਚਿਮਟਾ ਅੱਗ ਵਿੱਚ, ਪਾਣੀ ਵਿੱਚ, ਹਨੇਰੀ ਵਿੱਚ, ਤੂਫਾਨ ਵਿੱਚ ਡਟਿਆ ਰਹੇਗਾ। ਹੁਣ ਮੁੰਡਿਆਂ ਦੇ 2 ਗੁੱਟ ਬਣ ਗਏ ਸਨ।
दो गुट मतलब दो ग्रुप बन गए सन। ਮਹਿਮੂਦ ਮੁਹਸਿਨ ਨੂਰਾ ਇੱਕ ਪਾਸੇ, ਹਾਮਿਦ ਇਕੱਲਾ ਦੂਜੇ ਪਾਸੇ। ਸ਼ੰਮੀ ਕਿਸੇ ਵੱਲ ਨਹੀਂ, ਜਿਸ ਨੂੰ ਜਿੱਤਦਾ ਵੇਖੇਗਾ ਉਧਰ ਹੀ ਹੋ ਜਾਵੇਗਾ। ਪਰ ਮੁਹਸਿਨ, ਮਹਿਮੂਦ ਅਤੇ ਨੂਰਾ ਦੋ ਦੋ ਵਰੇ ਵੱਡੇ ਹੋਣ ਉੱਤੇ ਵੀ ਹਾਮਿਦ ਦੇ ਵਾਕਾਂ ਤੋਂ ਘਬਰਾ ਗਏ। ਤਰਕ ਤੇ ਸੱਚਾਈ ਉਸ ਦੇ ਨਾਲ ਹਨ। ਇੱਕ ਪਾਸੇ ਮਿੱਟੀ ਹੈ, ਦੂਜੇ ਪਾਸੇ ਲੋਹਾ, ਜੋ ਕਿ ਇਸ ਵਕਤ ਫੌਲਾਦ ਬਣਿਆ ਹੋਇਆ ਹੈ। ਮੁਹਸਿਨ ਨੇ ਸਿਰ ਤੋਂ ਪੈਰਾਂ ਤੱਕ ਦਾ ਜ਼ੋਰ ਲਾਇਆ ਹੈ, ਪਰ ਪਾਣੀ ਤਾਂ ਨਹੀਂ ਭਰ ਸਕਦਾ। ਹਾਮਿਦ ਨੇ ਚਿਮਟੇ ਨੂੰ ਖੜਾ ਕਰਕੇ ਕਿਹਾ। ਮਾਸ਼ਕੀ ਨੂੰ ਇੱਕ ਦਬਕਾ ਮਾਰੂ ਤਾਂ ਭੱਜਿਆ ਪਾਣੀ ਲੈ ਕੇ ਆਵੇਗਾ ਤੇ ਇਸ ਦੇ ਬੂਹੇ ਅੱਗੇ ਛਿੜਕਣ ਲੱਗੇਗਾ। ਮੁਹਸਿਨ ਹਾਰ ਗਿਆ, ਪਰ ਮਹਿਮੂਦ ਨੇ ਗੱਲ ਬਚਾਈ। ਜੇਕਰ ਬੱਚੂ ਜੀ ਫੜੇ ਜਾਣ ਤਾਂ ਅਦਾਲਤ ਵਿੱਚ ਬੰਨੇ ਫਿਰਨਗੇ, ਤਦ ਤਾਂ ਵਕੀਲ ਸਾਹਿਬ ਦੇ ਹੀ ਪੈਰੀਂ ਪੈਣਾ ਪਏਗਾ। ਹਾਮਿਦ ਇਸ ਠੋਸ ਦਲੀਲ ਦਾ ਜਵਾਬ ਨਾ ਦੇ ਸਕਿਆ। ਉਸਨੇ ਪੁੱਛਿਆ, ਇਸ ਨੂੰ ਫੜਨ ਕੌਣ ਆਏਗਾ? ਨੂਰਾ ਆਕੜ ਕੇ ਬੋਲਿਆ, ਇਹ ਸਿਪਾਹੀ ਬੰਦੂਕ ਵਾਲਾ। ਹਾਮਿਦ ਨੇ ਮੂੰਹ ਚੜਾ ਕੇ ਕਿਹਾ, ਇਹ ਵਿਚਾਰਾ ਇਸ ਰੁਸਤਮ ਹਿੰਦ ਨੂੰ ਫੜੇਗਾ? ਚੰਗਾ ਹੁਣੇ ਘੋਲ ਹੋ ਜਾਏ, ਇਸ ਦੀ ਸੂਰਤ ਵੇਖ ਕੇ ਭੱਜ ਜਾਊਗਾ। ਫੜਨਾ ਕੀ ਹੈ ਵਿਚਾਰੇ ਨੇ? ਮੁਹਸਿਨ ਨੇ ਇੱਕ ਨਵੀਂ ਚੋਟ ਕੀਤੀ। ਤੇਰੇ ਚਿਮਟੇ ਦਾ ਮੂੰਹ ਰੋਜ਼ ਅੱਗ ਵਿੱਚ ਸੜੇਗਾ। ਹਾਮਿਦ ਕੋਲ ਜਵਾਬ ਤਿਆਰ ਸੀ। ਅੱਗ ਵਿੱਚ ਬਹਾਦਰ ਹੀ ਕੁੱਦਦੇ ਨੇ ਜਨਾਬ। ਤੇਰੇ ਆ ਵਕੀਲ, ਸਿਪਾਹੀ ਤੇ ਮਾਸ਼ਕੀ ਡਰਪੋਕ ਨੇ, ਸਭ ਘਰਾਂ 'ਚ ਵੜ ਜਾਣਗੇ। ਅੱਗ 'ਚ ਭੁੰਜੇ ਹੀ ਪਿਆ ਰਹੇਗਾ ਅਤੇ ਵਕੀਲ ਸਾਹਿਬ ਕੁਰਸੀ ਤੇ ਬੈਠਣਗੇ। ਹਾਮਿਦ ਨੂੰ ਜਵਾਬ ਨਾ ਸੁੱਝਿਆ ਤਾਂ ਉਸਨੇ ਢਕੌਂਸਲਾ ਮਾਰਿਆ, ਮੇਰਾ ਚਿਮਟਾ ਰਸੋਈ 'ਚ ਨਹੀਂ ਰਹੇਗਾ ਤੇ ਵਕੀਲ ਸਾਹਿਬ ਕੁਰਸੀ ਤੇ ਬੈਠਣਗੇ ਤਾਂ ਉਸਨੂੰ ਹੇਠਾਂ ਮਾਰੇਗਾ। ਉਹਨਾਂ ਦਾ ਕਾਨੂੰਨ ਢਿੱਡ ਵਿੱਚ ਹੀ ਵਾੜ ਦੇਵੇਗਾ। ਗੱਲ ਬਣੀ ਨਹੀਂ ਸੀ, ਪਰ ਕਾਨੂੰਨ ਨੂੰ ਢਿੱਡ 'ਚ ਵਾੜਨ ਵਾਲੀ ਗੱਲ ਜੰਮ ਗਈ। ਅਜਿਹੀ ਜੰਮੀ ਕਿ ਤਿੰਨੇ ਸੂਰਮੇ ਦੇਖਦੇ ਰਹਿ ਗਏ। ਹਾਮਿਦ ਨੇ ਮੈਦਾਨ ਜਿੱਤ ਲਿਆ। ਉਸਦਾ ਚਿਮਟਾ ਰੁਸਤਮੇ ਹਿੰਦ ਹੈ। ਵਿਦਿਆਰਥੀਓ, ਰੁਸਤਮੇ ਹਿੰਦ ਅੱਜ ਤੱਕ ਭਾਰਤ ਵਿੱਚ ਇੱਕ ਹੀ ਵਿਅਕਤੀ ਨੂੰ ਇਸ ਦਾ ਖਿਤਾਬ ਮਿਲਿਆ ਹੈ। ਰੁਸਤਮੇ ਹਿੰਦ ਕਿਹਾ ਜਾਂਦਾ ਹੈ ਸਾਡੇ ਮਹਾਨ ਵਿਅਕਤੀਤਵ ਵਾਲੇ ਭਲਵਾਨ ਸ਼੍ਰੀ ਦਾਰਾ ਸਿੰਘ ਜੀ ਨੂੰ। ਤੇ ਹੁਣ ਜੋ ਹਾਮਿਦ ਹੈ ਉਹ ਆਪਣੇ ਚਿਮਟੇ ਨੂੰ ਦਾਰਾ ਸਿੰਘ ਵਰਗੇ ਭਲਵਾਨ ਨਾਲ ਤੁਲਨਾ ਦੇ ਰਿਹਾ ਹੈ। ਹੁਣ ਇਸ ਗੱਲੋਂ ਮੁਹਸਿਨ, ਮਹਿਮੂਦ, ਨੂਰਾ, ਸ਼ੰਮੀ ਕਿਸੇ ਨੂੰ ਇਤਰਾਜ਼ ਨਹੀਂ ਸੀ ਹੋ ਸਕਦਾ। ਸੁਲ੍ਹਾ ਦੀਆਂ ਸ਼ਰਤਾਂ ਤੈਅ ਹੋਣ ਲੱਗੀਆਂ। ਮੁਹਸਿਨ ਨੇ ਕਿਹਾ, ਜ਼ਰਾ ਆਪਣਾ ਚਿਮਟਾ ਵਿਖਾ, ਅਸੀਂ ਵੀ ਵੇਖੀਏ। ਤੂੰ ਮੇਰਾ ਮਾਸ਼ਕੀ ਵੇਖ ਲੈ। ਮਹਿਮੂਦ ਤੇ ਨੂਰੇ ਨੇ ਆਪਣੇ ਆਪਣੇ ਖਿਡੌਣੇ ਪੇਸ਼ ਕੀਤੇ। ਦੇਖੋ, ਹਾਮਿਦ ਨੂੰ ਇਹ ਸ਼ਰਤਾਂ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਸੀ। ਚਿਮਟਾ ਵਾਰੀ ਵਾਰੀ ਸਾਰਿਆਂ ਨੇ ਟੋਇਆ ਤੇ ਉਹਨਾਂ ਦੇ ਖਿਡੌਣੇ ਹਾਮਿਦ ਨੇ ਵੇਖੇ। ਕਿੰਨੇ ਸੋਹਣੇ ਖਿਡੌਣੇ ਹਨ। ਹਾਮਿਦ ਨੇ ਹਾਰਨ ਵਾਲਿਆਂ ਦੇ ਹੰਝੂ ਪੂੰਝੇ। ਮੈਂ ਤਾਂ ਐਵੇਂ ਚੜਾ ਰਿਹਾ ਸੀ, ਸੱਚੀ ਹਾਂ ਲੋਹੇ ਦਾ ਚਿਮਟਾ ਇਹਨਾਂ ਖਿਡੌਣਿਆਂ ਦਾ ਭਲਾ ਕੀ ਮੁਕਾਬਲਾ ਕਰੇਗਾ। ਲੱਗਦਾ ਹੁਣ ਬੋਲੇ ਕਿ ਬੋਲੇ। ਪਰ ਮੁਹਸਿਨ ਦੀ ਪਾਰਟੀ ਨੂੰ ਇਸ ਦਿਲਾਸੇ ਨਾਲ ਤਸੱਲੀ ਨਾ ਹੋਈ। ਚਿਮਟੇ ਦਾ ਸਿੱਕਾ ਵਾਹਵਾ ਜੰਮ ਗਿਆ ਸੀ। ਮੁਹਸਿਨ, ਕੀ ਇਹਨਾਂ ਖਿਡੌਣਿਆਂ ਲਈ ਸਾਨੂੰ ਕੋਈ ਅਸੀਸ ਨਹੀਂ ਦੇਵੇਗਾ? ਮਹਿਮੂਦ, ਅਸੀਸ ਭਾਲਦਾ, ਜੁੱਤੀਆਂ ਨਾ ਪੈਣ। ਅੰਮਾ ਜ਼ਰੂਰ ਆਖੇਗੀ, ਤੁਹਾਨੂੰ ਮੇਲੇ ਵਿੱਚ ਮਿੱਟੀ ਦੇ ਖਿਡੌਣੇ ਹੀ ਲੱਭੇ। ਹਾਮਿਦ ਨੂੰ ਇਹ ਮੰਨਣਾ ਪਿਆ ਕਿ ਖਿਡੌਣਿਆਂ ਨੂੰ ਵੇਖ ਕੇ ਕਿਸੇ ਦੀ ਮਾਂ ਇੰਨੀ ਖੁਸ਼ ਨਹੀਂ ਹੋਵੇਗੀ ਜਿੰਨਾ ਦਾਦੀ ਚਿਮਟੇ ਨੂੰ ਵੇਖ ਕੇ। ਰਾਹ ਵਿੱਚ ਮਹਿਮੂਦ ਨੂੰ ਭੁੱਖ ਲੱਗੀ। ਉਸਦੇ ਅੱਬਾ ਨੇ ਕੇਲੇ ਖਾਣ ਨੂੰ ਦਿੱਤੇ। ਮਹਿਮੂਦ ਨੇ ਸਿਰਫ ਹਾਮਿਦ ਨੂੰ ਹਿੱਸੇਦਾਰ ਬਣਾਇਆ। ਉਸਦੇ ਬਾਕੀ ਮਿੱਤਰ ਮੂੰਹ ਵੇਖਦੇ ਰਹਿ ਗਏ। ਇਹ ਉਸ ਚਿਮਟੇ ਦੀ ਕਰਾਮਾਤ ਸੀ। ਇਹ ਦੇਖੋ, ਦੋਨੋਂ ਮਹਿਮੂਦ ਤੇ ਹਾਮਿਦ ਬੈਠੇ ਕੇਲੇ ਖਾ ਰਹੇ ਨੇ। 11 ਵਜੇ ਸਾਰੇ ਪਿੰਡ ਵਿੱਚ ਹਲਚਲ ਮਚ ਗਈ। ਮੇਲੇ ਵਾਲੇ ਆ ਗਏ। ਮੁਹਸਿਨ ਦੀ ਛੋਟੀ ਭੈਣ ਨੇ ਨੱਠ ਕੇ ਮਾਸ਼ਕੀ ਉਸਦੇ ਹੱਥੋਂ ਖੋਹ ਲਿਆ। ਜਿਉਂ ਹੀ ਖੁਸ਼ੀ ਭੁੜਕੀ, ਮਾਸ਼ਕੀ ਸਾਹਿਬ ਹੇਠਾਂ ਡਿੱਗ ਪਏ ਤੇ ਸੁਰਗਾਂ ਨੂੰ ਤੁਰ ਗਏ। ਇਸ ਗੱਲ ਉੱਤੇ ਭੈਣ ਭਾਈ ਵਿੱਚ ਕੁੱਟਮਾਰ ਹੋਈ। ਦੋਵੇਂ ਦੱਬ ਕੇ ਰੋਏ। ਉਹਨਾਂ ਦੀ ਅੰਮਾ ਰੌਲਾ ਸੁਣ ਕੇ ਖਿਜੀ ਤੇ ਉੱਤੋਂ ਦੋ ਦੋ ਥੱਪੜ ਹੋਰ ਲਾਏ। ਮੀਆਂ ਨੂਰੇ ਦੇ ਵਕੀਲ ਦਾ ਅੰਤ ਉਸਦੀ ਹੈਸੀਅਤ ਦੇ ਮੁਤਾਬਕ ਜਰਾ ਸ਼ਾਨ ਨਾਲ ਹੋਇਆ। ਵਕੀਲ ਭੁੰਜੇ ਤਾਂ ਨਹੀਂ ਬੈਠ ਸਕਦਾ, ਉਸਦੀ ਮਰਿਆਦਾ ਰਹਿਣੀ ਚਾਹੀਦੀ ਹੈ। ਦੀਵਾਰ ਵਿੱਚ 2 ਖੂੰਟੀਆਂ ਗੱਡੀਆਂ ਗਈਆਂ, ਉੱਤੇ ਲੱਕੜੀ ਦੀ ਫੱਟੀ ਰੱਖੀ ਗਈ।
ਫੱਟੀ ਉੱਤੇ ਕਾਗਜ਼ ਦਾ ਗਲੀਚਾ ਸਜਾਇਆ ਗਿਆ। ਵਕੀਲ ਸਾਹਿਬ ਰਾਜਾ ਭੋਜ ਵਾਂਗ ਤਖਤ ਤੇ ਵਿਰਾਜੇ। ਨੂਰੇ ਨੇ ਉਸ ਨੂੰ ਪੱਖਾ ਝੱਲਣਾ ਸ਼ੁਰੂ ਕੀਤਾ। ਪਤਾ ਨਹੀਂ ਪੱਖੇ ਦੀ ਹਵਾ ਨਾਲ ਕਿ ਪੱਖੇ ਦੇ ਵਜ਼ਨ ਨਾਲ ਵਕੀਲ ਸਾਹਿਬ ਪਟਕ ਕੇ ਹੇਠਾਂ ਆ ਡਿੱਗੇ। ਬੜੇ ਜ਼ੋਰ ਸ਼ੋਰ ਨਾਲ ਮਾਤਮ ਹੋਇਆ ਤੇ ਵਕੀਲ ਸਾਹਿਬ ਦੀ ਲਾਸ਼ ਕੂੜੇ ਵਿੱਚ ਸੁੱਟ ਦਿੱਤੀ ਗਈ। ਬਾਕੀ ਰਿਹਾ ਮਹਿਮੂਦ ਦਾ ਸਿਪਾਹੀ। ਉਸ ਨੂੰ ਝੱਟ-ਪੱਟ ਪਿੰਡ ਪਹਿਰਾ ਦੇਣ ਦਾ ਚਾਰਜ ਮਿਲ ਗਿਆ। ਪਰ ਸਿਪਾਹੀ ਕੋਈ ਆਮ ਆਦਮੀ ਤਾਂ ਹੈ ਨਹੀਂ ਸੀ ਜੋ ਪੈਦਲ ਤੁਰਦਾ। ਇੱਕ ਟੋਕਰੀ ਆਈ, ਉਸ ਦੇ ਵਿੱਚ ਲਾਲ ਰੰਗ ਦੇ ਫਟੇ ਪੁਰਾਣੇ ਕੱਪੜੇ ਵਿਛਾ ਕੇ ਪਾਲਕੀ ਬਣਾਈ ਗਈ। ਇਸ ਵਿੱਚ ਸਿਪਾਹੀ ਸਾਹਿਬ ਆਰਾਮ ਨਾਲ ਲੇਟੇ। ਮਹਿਮੂਦ ਨੇ ਟੋਕਰੀ ਚੁੱਕੀ ਤੇ ਬੂਹੇ ਦੁਆਲੇ ਚੱਕਰ ਕੱਟਣ ਲੱਗਿਆ। ਉਸ ਦੇ ਦੋਵੇਂ ਛੋਟੇ ਭਰਾ ਸਿਪਾਹੀ ਵੱਲੋਂ "ਸੌਣ ਵਾਲਿਓ ਜਾਗਦੇ ਰਹੋ" ਆਖਦੇ ਨਾਲ ਟੁਰੇ। ਉਹ ਤੋਤਲੀ ਆਵਾਜ਼ ਵਿੱਚ ਬੋਲ ਰਹੇ ਨੇ ਵਿਦਿਆਰਥੀਓ। ਛੋਟੇ ਬੱਚੇ ਨੇ ਨਾ, ਸੌਣ ਨੂੰ ਸ਼ੌਣ ਬੋਲ ਰਹੇ ਨੇ। "ਸੌਣ ਵਾਲਿਓ ਜਾਗਦੇ ਰਹੋ" ਆਖਦੇ ਨਾਲ ਟੁਰੇ। ਪਰ ਰਾਤ ਤਾਂ ਹਨੇਰੀ ਹੀ ਹੋਣੀ ਚਾਹੀਦੀ ਹੈ। ਮਹਿਮੂਦ ਨੂੰ ਠੋਕਰ ਲੱਗ ਗਈ। ਟੋਕਰੀ ਉਸ ਦੇ ਹੱਥੋਂ ਡਿੱਗ ਪੈਂਦੀ ਹੈ ਤੇ ਸਿਪਾਹੀ ਮਹਾਰਾਜ ਆਪਣੀ ਬੰਦੂਕ ਸਮੇਤ ਡਿੱਗ ਪੈਂਦੇ ਹਨ ਤੇ ਉਹਨਾਂ ਦੀ ਇੱਕ ਲੱਤ ਵਿੱਚ ਵਿਗਾੜ ਪੈ ਜਾਂਦਾ ਹੈ। ਹੁਣ ਹਾਮਿਦ ਦਾ ਹਾਲ ਸੁਣੋ। ਅਮੀਨਾ ਉਸ ਦੀ ਆਵਾਜ਼ ਸੁਣਦੇ ਹੀ ਦੌੜੀ ਤੇ ਉਸ ਨੂੰ ਗੋਦੀ ਚੁੱਕ ਕੇ ਪਿਆਰ ਕਰਨ ਲੱਗੀ। ਅਚਾਨਕ ਉਸ ਦੇ ਹੱਥ ਵਿੱਚ ਚਿਮਟਾ ਦੇਖ ਕੇ ਤਰਬਕੀ। ਇਹ ਦੇਖੋ, ਆਉਂਦੇ ਹੀ ਉਹਨੂੰ ਪਿਆਰ ਕਰਦੀ ਹੈ, ਫਿਰ ਅਚਾਨਕ ਚਿਮਟਾ ਦੇਖਦੀ ਹੈ, ਫਿਰ ਉਹਨੂੰ ਪੁੱਛਦੀ ਹੈ, "ਇਹ ਚਿਮਟਾ ਕਿੱਥੇ ਸੀ?" "ਮੈਂ ਮੁੱਲ ਲਿਆ," ਇਹ ਹਾਮਿਦ ਬੋਲਿਆ। "ਕਿੰਨੇ ਦਾ?" "3 ਪੈਸਿਆਂ ਦਾ।" ਅਮੀਨਾ ਨੇ ਦੁਹੱਥੜ ਮਾਰਿਆ। ਇਹ ਕਿਹਾ ਬੇਸਮਝ ਮੁੰਡਾ ਹੈ। ਦੁਪਹਿਰ ਹੋ ਗਈ ਹੈ, ਨਾ ਕੁਝ ਖਾਧਾ, ਨਾ ਪੀਤਾ, ਲਿਆਇਆ ਕੀ? ਚਿਮਟਾ। ਸਾਰੇ ਮੇਲੇ ਵਿੱਚ ਤੈਨੂੰ ਕੋਈ ਹੋਰ ਚੀਜ਼ ਨਾ ਲੱਭੀ ਜਿਹੜਾ ਇਹ ਲੋਹੇ ਦਾ ਚਿਮਟਾ ਲੈ ਆਇਆ? ਹਾਮਿਦ ਨੇ ਮੁਜਰਮਾਂ ਵਾਂਗ ਕਿਹਾ। "ਤੇਰੀਆਂ ਉਂਗਲਾਂ ਤਵੇ ਨਾਲ ਸੜ ਜਾਂਦੀਆਂ ਸੀ ਨਾ, ਇਸੇ ਲਈ ਮੈਂ ਇਹ ਲੈ ਲਿਆ। ਬੁੱਢੀ ਦਾ ਗੁੱਸਾ ਸਨੇਹ ਵਿੱਚ ਬਦਲ ਗਿਆ। ਸਨੇਹ ਮਤਲਬ ਪਿਆਰ। ਤੇ ਸਨੇਹ ਵੀ ਉਹ ਨਹੀਂ ਜੋ ਉਛਲਦਾ ਹੈ ਅਤੇ ਆਪਣਾ ਸਾਰਾ ਦਰਦ ਲਫ਼ਜ਼ਾਂ ਵਿੱਚ ਖਿੰਡਾ ਦਿੰਦਾ ਹੈ। ਇੱਕ ਮੂਕ ਸਨੇਹ ਮਤਲਬ ਚੁੱਪ ਭਰਿਆ ਹੋਇਆ, ਚੁੱਪ ਵਾਲਾ ਪਿਆਰ, ਮਤਲਬ ਬਿਨਾਂ ਬੋਲੇ, ਜੋ ਸਾਡੀਆਂ ਭਾਵਨਾਵਾਂ ਨੂੰ ਸਾਡੇ ਚਿਹਰੇ ਤੋਂ ਦਿਖਾ ਦਿੰਦਾ। ਬੱਚੇ ਵਿੱਚ ਕਿੰਨਾ ਤਿਆਗ, ਕਿੰਨੀ ਸਦਭਾਵਨਾ ਤੇ ਕਿੰਨੀ ਸਮਝ। ਦੂਸਰਿਆਂ ਨੂੰ ਖਿਡੌਣੇ ਲੈਂਦੇ ਤੇ ਮਠਿਆਈਆਂ ਖਾਂਦੇ ਵੇਖ ਕੇ ਇਸ ਦਾ ਮਨ ਕਿੰਨਾ ਲਲਚਾਇਆ ਹੋਵੇਗਾ। ਇੰਨਾ ਸਬਰ ਇਸ ਕੋਲੋਂ ਹੋਇਆ ਕਿਵੇਂ? ਉੱਥੇ ਵੀ ਇਸ ਨੂੰ ਆਪਣੀ ਬੁੱਢੀ ਦਾਦੀ ਯਾਦ ਰਹੀ। ਅਮੀਨਾ ਦਾ ਦਿਲ ਖੁਸ਼ੀ ਨਾਲ ਭਰ ਗਿਆ। ਹੁਣ ਇੱਕ ਬੜੀ ਅਜੀਬ ਗੱਲ ਹੋਈ। ਹਾਮਿਦ ਦੇ ਇਸ ਚਿਮਟੇ ਨਾਲੋਂ ਵੀ ਅਨੋਖੀ। ਬੱਚੇ ਹਾਮਿਦ ਨੇ ਬੁੱਢੇ ਹਾਮਿਦ ਦਾ ਪਾਰਟ ਕੀਤਾ ਸੀ। ਬੁੱਢੀ ਅਮੀਨਾ ਬੱਚੇ ਅਮੀਨਾ ਬਣ ਗਈ। ਬੱਚਾ ਹਾਮਿਦ ਤਾਂ ਜਿਵੇਂ ਵੱਡਾ ਬਣ ਗਿਆ ਹੋਵੇ, ਬੁੱਢੀ ਦਾਦੀ ਜਿਵੇਂ ਬੱਚੀ ਬਣ ਗਈ। ਉਹ ਰੋਣ ਲੱਗੀ, ਝੋਲੀ ਫੈਲਾ ਕੇ ਹਾਮਿਦ ਨੂੰ ਦੁਆਵਾਂ ਦਿੰਦੀ ਜਾਂਦੀ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਵੱਡੇ ਵੱਡੇ ਤੁਪਕੇ ਹੇਠਾਂ ਡਿੱਗ ਰਹੇ ਸਨ। ਹਾਮਿਦ ਇਸ ਦਾ ਭੇਤ ਕੀ ਸਮਝਦਾ? ਵਿਦਿਆਰਥੀਓ, ਇਹ ਸੀ ਕਹਾਣੀ, ਇੱਕ ਬੱਚੇ ਦੇ ਤਿਆਗ ਦੀ ਕਹਾਣੀ। ਆਸ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਜਿਵੇਂ ਕਿ ਤੁਸੀਂ ਦੇਖਿਆ ਹੈ, ਇਹ ਕਹਾਣੀ ਬਹੁਤ ਲੰਬੀ ਹੈ, ਇਸ ਕਰਕੇ ਅਸੀਂ ਇਸ ਦੇ 2 ਭਾਗ ਬਣਾਏ ਨੇ। ਇੱਕ ਕਹਾਣੀ ਨੂੰ ਅਸੀਂ ਇਸ ਦੇ ਪਠਨ ਲਈ, ਸਮਝਣ ਲਈ, ਸਮਝਾਉਣ ਲਈ ਤੇ ਦੂਸਰਾ ਇਸ ਦੇ ਅਭਿਆਸ ਲਈ। ਤੇ ਆਸ ਕਰਦੇ ਹਾਂ ਇਹ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਇਸ ਪਾਠ ਦੇ ਅਭਿਆਸ ਲਈ ਤੁਸੀਂ ਦੂਸਰੀ ਵੀਡੀਓ ਦੇਖੋ। ਧੰਨਵਾਦ।